मेरे दे उपर अटैक करके मेरी पग नूं फड़िया जांदा। मेरे तो कोई किसी ने चाकू नहीं मारिया, किसी ने मेरे छुरी नहीं मारी, मेरे तो सिर्फ मेरी पग ते आके हत्थ पाया भी इहदी पग ला के थल्ले सुट्टीए पहलां उहदे पैर मारे गए। मेरी दस्तार ने इन्हां दा की माड़ा कीता। देखो जदों किसी सिख दी तुसीं दस्तार लाओगे तो उस टाइम उहदे जज्बात की हो सकते हैं, तुसीं मक्कर साहब चंगी तरह जानते हो। दस्तार ते ठुड्डे मारे, मेरी दस्तार ते खिंच के मेरी दस्तार थल्ले सुट्टी गई, फिर उत्ते लत्तां मारियां गईयां। ਜ਼ਿੰਦਗੀ ਦੇ ਵਿੱਚ ਕੁਝ ਵੀ ਇੱਕੋ ਦਮ ਸ਼ਾਰਟਕਟ ਦੇ ਵਿੱਚ ਹਾਸਿਲ ਨਹੀਂ ਹੁੰਦਾ, ਉਹਦੇ ਲਈ ਬਹੁਤ ਲੰਬੀ ਲੜਾਈ ਚੜ੍ਹਨੀ ਪੈਂਦੀ ਹੈ। ਤੇ ਜਿੰਨੇ ਪੌੜੀਆਂ ਆਪਾਂ ਚੜਾਂਗੇ ਉਹ ਜਿਹੜੀ ਤਰੱਕੀ ਜਦੋਂ ਉਸ ਪੌੜੀਆਂ ਨੂੰ ਚੜ੍ਹ ਕੇ ਹਾਸਿਲ ਕਰਾਂਗੇ ਨਾ, ਉਹ ਤਰੱਕੀ ਦਾ ਸਵਾਦ ਕੁਝ ਹੋਰ ਹੋਵੇਗਾ। ਜਿਹੜੇ ਕੰਮ ਇਹ ਨਹੀਂ ਕਰ ਸਕੇ ਉਹ ਕੰਮ ਅਸੀਂ ਕਰਕੇ ਦਿਖਾਏ। ਚਾਹੇ ਮੇਰੇ ਉੱਪਰ ਬਹੁਤ ਸਾਰੇ ਪਰਚੇ ਵੀ ਹੋਏ, ਮੈਨੂੰ ਜੇਲ੍ਹ 'ਚ ਵੀ ਰਹਿਣਾ ਪਿਆ, ਪਰ ਮੈਂ ਕੰਮ ਕੀਤਾ। ਬਹੁਤ ਸਾਰੇ ਮੁੱਦੇ ਮੈਨੂੰ ਕਈ ਵਾਰ ਘਰੇ ਅਰੈਸਟ ਕਰ ਲੈਂਦੇ, ਮੈਨੂੰ ਘਰਾਂ ਦੇ ਵਿੱਚ 2-2 3 ਦਿਨ ਆਪਦੇ ਸਾਰੇ ਟੱਬਰ ਨੂੰ ਸਾਨੂੰ ਘਰਾਂ 'ਚ ਰਹਿਣਾ ਪੈਂਦਾ, ਸਾਨੂੰ ਅਸੀਂ ਬਾਹਰ ਨਹੀਂ ਨਿਕਲ ਸਕਦੇ। ਦੇਖੋ ਜ਼ਿੰਦਗੀ ਜਿਹੜੀ ਹੈ ਨਾ ਸੰਘਰਸ਼ਾਂ ਨਾਲ ਘਿਰੀ ਹੋਈ ਹੈ। ਜੇ ਆਪਾਂ ਜ਼ਿੰਦਗੀ 'ਚ ਸੰਘਰਸ਼ ਹੀ ਨਹੀਂ ਕਰਾਂਗੇ ਤਾਂ ਆਪਾਂ ਹਾਸਿਲ ਵੀ ਕੀ ਕਰ ਲਾਂਗੇ। ਬਿਨਾਂ ਸੰਘਰਸ਼ ਤੋਂ ਆਪਾਂ ਜ਼ਿੰਦਗੀ 'ਚ ਕੁਝ ਨਹੀਂ ਹਾਸਿਲ ਕਰ ਸਕਦੇ। ਕਦੇ ਇਹ ਨਹੀਂ ਹੁੰਦਾ ਕਿ ਹਾਸਲ ਕੀ ਕੀਤਾ, ਕਦੇ ਇਹ ਨਹੀਂ ਸਵਾਲ ਕਰਦੇ ਇਹ ਜੋ ਕਰ ਰਹੇ ਨੇ, ਮੈਂ ਇਹਨਾਂ ਦੇ ਲਈ ਇਸ ਚੀਜ਼ ਵਾਸਤੇ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਔਰ ਇਹਨਾਂ ਦਾ ਪੂਰਾ ਸਾਥ ਨਾਲ ਖੜਦੇ ਹੋ, ਨਾਲ ਖੜਦੀ ਹਾਂ। ਕਦੇ ਰੋਕਿਆ ਨਹੀਂ? ਮੈਂ ਕਦੀ ਰੋਕਾਂਗੀ ਵੀ। ਡੀਮੋਰਲਾਈਜ਼ ਕਦੀ ਵੀ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਦੇਖੋ ਇਹ ਸਭ ਚੀਜ਼ਾਂ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਗਿੱਲ ਹਲਕਾ ਅਕਾਲੀਆਂ ਤੇ ਕਾਂਗਰਸੀਆਂ ਕੋਲੇ ਰਿਹਾ, ਪਰ ਲੋਕ ਸਭਾ ਦੇ ਵਿੱਚ ਲੋਕ ਇਨਸਾਫ ਪਾਰਟੀ ਯਾਨੀ ਕਿ ਸਿਮਰਜੀਤ ਸਿੰਘ ਬੈਂਸ ਹੋਣਾ ਨੇ ਇੱਥੋਂ ਮੋਰਚਾ ਮਾਰਿਆ। ਬਹੁਤ ਸਾਰੇ ਮਸਲੇ ਮਸਾਇਲ ਨੇ, ਰਿਜ਼ਰਵ ਹਲਕਾ ਹੈ, ਬਹੁਤ ਸਾਰੀਆਂ ਦਿੱਕਤਾਂ ਨੇ, ਨਿਰੋਲ ਦਿਹਾਤੀ ਹਲਕਾ ਹੈ। ਹਾਲਾਂਕਿ ਲੁਧਿਆਣਾ ਸ਼ਹਿਰੀ ਵੋਟ ਵੀ ਕੁਛ ਪੈਂਦਾ ਹੈ, ਕੁਛ ਇਲਾਕੇ ਨੇ, ਪਰ ਮਸਲੇ ਹੱਲ ਨਹੀਂ ਹੋਏ। ਅੱਜ ਗੱਲਬਾਤ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਗਗਨਦੀਪ ਸਿੰਘ ਸਨੀ ਕੈਂਥ ਤੇ ਉਹਨਾਂ ਦੀ ਧਰਮ ਪਤਨੀ ਸ਼ਵੇਤਾ ਕੈਂਥ ਦੇ ਨਾਲ ਕਰਾਂਗੇ। ਬਹੁਤ ਸਵਾਗਤ ਹੈ ਜੀ ਦੋਵਾਂ ਦਾ। ਬਹੁਤ ਧੰਨਵਾਦ ਜੀ ਮੱਕੜ ਸਾਹਿਬ। ਕੈਂਥ ਸਾਹਿਬ ਕੀ ਕਹਿੰਦੀ ਹੈ ਜੀ ਗਿੱਲ ਦੀ ਹਵਾ? ਦੇਖੋ ਗਿੱਲ ਦੀ ਹਵਾ ਬਦਲਣਾ ਚਾਹੁੰਦੇ ਲੋਕ, ਔਰ ਪਿਛਲੇ 15 ਸਾਲ ਤੋਂ ਇਸ ਹਲਕੇ ਦੇ ਵਿੱਚ 2 ਵਾਰੀ ਅਕਾਲੀ ਦਲ ਦੀ MLA ਰਹੇ ਆ, ਇੱਕ ਵਾਰੀ ਹੁਣ ਕਾਂਗਰਸ ਦੇ ਰਹੇ ਆ ਕੁਲਦੀਪ ਸਿੰਘ ਵੈਦ ਜੀ। ਸੋ ਜਿੰਨੀਆਂ ਉਹਨਾਂ ਨੇ ਗੱਲਾਂ ਇਲੈਕਸ਼ਨ ਦੇ ਵਿੱਚ ਆਪਾਂ ਕਰਦੇ ਹਾਂ ਕਿ 2017 ਦੇ ਵਿੱਚ ਜਾਂ ਪਹਿਲਾਂ ਜਦੋਂ ਕੀਤੀਆਂ 12 ਦੇ ਵਿੱਚ, ਇਲੈਕਸ਼ਨ ਵੇਲੇ ਬਹੁਤ ਸਾਰੇ ਵਾਅਦੇ, ਬਹੁਤ ਸਾਰੀਆਂ ਫਾਰਮਸ ਭਰਾਏ ਜਾਂਦੇ ਆ, ਬਹੁਤ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ, ਤੁਹਾਡੇ ਕਰਜ਼ੇ ਮਾਫ ਹੋਣਗੇ, ਨੌਜਵਾਨਾਂ ਨੂੰ ਮੋਬਾਈਲ ਫੋਨ ਦੇਵਾਂਗੇ, ਤੁਹਾਡੇ ਅਸੀਂ ਘਰ ਘਰ ਨੌਕਰੀ ਦੇਵਾਂਗੇ। ਪਰ ਉਹ ਕਿਤੇ ਨਾ ਕਿਤੇ ਜਦੋਂ ਇਲੈਕਸ਼ਨ ਲੰਘ ਜਾਂਦੀ ਹੈ, ਨਾ ਕਿਸੇ ਨੂੰ ਮੋਬਾਈਲ ਮਿਲਦਾ, ਨਾ ਕਿਸੇ ਦੇ ਕਰਜ਼ੇ ਮਾਫ ਹੁੰਦੇ ਆ, ਨਾ ਕਿਸੇ ਦਾ ਜਿਹੜਾ ਤੁਹਾਡੇ ਨੌਕਰੀ ਘਰ ਘਰ ਮਿਲਦੀ ਹੈ। ਘਰ ਘਰ ਨੌਕਰੀ ਤਾਂ ਤੁਹਾਨੂੰ ਪਤਾ ਹੀ ਹੈ ਕਿੰਨਾ ਦੇ ਘਰਾਂ 'ਚ। ਵੈਦ ਸਾਹਿਬ ਮੈਨੂੰ ਕਹਿੰਦੇ ਇੱਕ ਦਿਨ ਕਿ ਮੈਂ ਕੰਮ ਹੀ ਇੰਨੇ ਕੀਤੇ ਆ ਕਿ ਕਮਾਲ ਹੋਈ ਪਈ ਹੈ। ਉਹਨਾਂ ਨੇ ਜੀ ਇੱਕ ਕੰਮ, ਉਹ ਵੀ ਸੈਂਟਰ ਦਾ ਪ੍ਰੋਜੈਕਟ ਸੀਗਾ ਜਿਹਨੂੰ ਧਾਂਦਰਾ ਕਲਸਟਰ ਕਿਹਾ ਜਾਂਦਾ, ਜਿਹਦੇ ਕਰਕੇ ਇੰਨਾ ਰੌਲਾ ਪਿਆ ਹੋਇਆ ਹਲਕਾ ਗਿੱਲ ਦੇ ਵਿੱਚ। ਉਹ ਵੀ ਸੈਂਟਰ ਦਾ ਪੈਸਾ ਪਹਿਲਾਂ ਦਾ ਮਨਜ਼ੂਰ ਹੋਇਆ ਇਹਨਾਂ ਦੇ ਆਉਣ ਤੋਂ ਪਹਿਲਾਂ ਦਾ। ਉਹਨੂੰ ਇੱਕ ਦੱਸੀ ਜਾਂਦਾ ਮੈਂ ਲੇਕ ਬਣਾਈ ਆ ਹਲਕਾ ਗਿੱਲ ਦੇ ਵਿੱਚ, ਵੀ ਤੁਸੀਂ ਯਾਰ ਬਣਾ ਲਈ, ਚਲੋ ਲੇਕ ਮੰਨ ਲਈ ਗੱਲ, ਲੇਕ ਬਣਾ ਲਈ ਤੇ ਆਪਾਂ ਉਹ 'ਚ ਕੀ ਪ੍ਰਾਪਤੀ ਕਰ ਲਈ? ਸੁਖਬੀਰ ਸਿੰਘ ਬਾਦਲ ਜੀ ਨੇ ਪਾਣੀ ਵਾਲੀ ਬੱਸ ਛੱਡੀ ਸੀ, ਉਹਦੀ ਕੀ ਪ੍ਰਾਪਤੀ ਹੋਈ? ਸੋ ਗੱਲਾਂ ਤੁਸੀਂ ਲੋਕਾਂ ਵਾਸਤੇ, ਤੁਸੀਂ ਨੌਜਵਾਨਾਂ ਵਾਸਤੇ ਕੀ ਕੀਤਾ? ਤੁਸੀਂ ਵਿਧਾਨ ਸਭਾ ਦੇ ਵਿੱਚ 5 ਸਾਲ ਤੁਸੀਂ ਰਹੇ ਹੋ, ਤੁਸੀਂ ਕਿੰਨੀ ਵਾਰ ਹਲਕਾ ਗਿੱਲ ਦਾ ਮੁੱਦਾ ਚੁੱਕਿਆ? ਇਹ ਗੱਲਾਂ ਕਰਨ ਵਾਲੀਆਂ ਨੇ, ਨਾ ਕਿ ਇਹ ਸਵਾਲ ਜੇ ਉਹ ਕਰਨ ਵੀ ਤੁਸੀਂ ਦੱਸੋ ਤੁਸੀਂ ਕੀ ਕੀਤਾ ਇੰਨੇ ਸਾਲਾਂ 'ਚ? ਹਾਂ ਮੈਂ ਦੱਸ ਸਕਦਾ। ਮੈਂ ਆਪਣੇ ਹਲਕੇ ਦੇ ਵਿੱਚ, ਮੈਨੂੰ ਇੱਥੇ ਤਕਰੀਬਨ ਜ਼ਿਆਦਾ ਮੈਂ 12 ਸਾਲ ਤੋਂ ਮੈਂ ਇਸ ਹਲਕੇ ਵਿੱਚ ਕੰਮ ਕਰ ਰਿਹਾ, ਔਰ ਇਸ ਹਲਕੇ ਕਰਕੇ ਮੈਂ ਆਪੋਜੀਸ਼ਨ ਦਾ ਕੰਮ ਕੀ ਹੁੰਦਾ, ਲੋਕਾਂ ਦੀ ਲੜਾਈ ਲੜਨਾ, ਲੋਕਾਂ ਦੇ ਮੁੱਦੇ ਚੱਕਣਾ ਔਰ ਲੋਕਾਂ ਦੇ ਮੁੱਦੇ ਉਭਾਰ ਕੇ ਉਹਨਾਂ ਦਾ ਹੱਲ ਕਰਾਉਣਾ। ਜਿਹੜੇ ਕੰਮ ਇਹ ਨਹੀਂ ਕਰ ਸਕੇ ਉਹ ਕੰਮ ਅਸੀਂ ਕਰਕੇ ਦਿਖਾਏ। ਚਾਹੇ ਮੇਰੇ ਉੱਪਰ ਬਹੁਤ ਸਾਰੇ ਪਰਚੇ ਵੀ ਹੋਏ, ਮੈਨੂੰ ਜੇਲ੍ਹ 'ਚ ਵੀ ਰਹਿਣਾ ਪਿਆ, ਪਰ ਮੈਂ ਕੰਮ ਕੀਤਾ। ਜੇਲ੍ਹ ਕਿਹੜੇ ਮੁੱਦੇ 'ਚ ਗਏ ਹੋ ਤੁਸੀਂ? ਮੈਂ ਬਹੁਤ ਸਾਰੇ ਮੁੱਦੇ 'ਚ ਗਿਆ ਜੀ। ਆਪਣੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਰੀਸੈਂਟਲੀ ਜਦੋਂ ਹੋਇਆ ਸੀਗਾ ਨੌਕਰੀਆਂ ਦਾ ਮੁੱਦਾ, ਜਦੋਂ ਪਾਂਡੇ ਸਾਹਿਬ ਦੇ ਬੇਟੇ ਨੂੰ ਨੌਕਰੀ ਦੇਤੀ, ਉਧਰ ਬਾਜਵਾ ਸਾਹਿਬ ਦੇ ਮੁੰਡੇ ਨੂੰ ਨੌਕਰੀ ਦੇਤੀ, ਪਹਿਲਾਂ ਬਿੱਟੂ ਦੇ ਭਰਾ ਨੂੰ ਨੌਕਰੀ ਦੇਤੀ, ਤੇ ਸਾਡੇ ਨੌਜਵਾਨ ਕਹਿੰਦੇ ਸਾਡੀਆਂ ਨੌਕਰੀਆਂ ਕਿੱਥੇ ਆ? ਤੇ ਉਹਦਾ ਸੰਘਰਸ਼ ਅਸੀਂ ਕੀਤਾ, ਉਹਦੇ ਕਰਕੇ ਮੈਨੂੰ ਰਹਿਣਾ ਪਿਆ, ਉੱਥੇ ਰੈਸਟ ਦੇ ਵਿੱਚ ਰਹਿਣਾ ਪਿਆ।
ਬਹੁਤ ਸਾਰੇ ਮੁੱਦੇ ਮੈਨੂੰ ਕਈ ਵਾਰ ਘਰੇ ਅਰੈਸਟ ਕਰ ਲੈਂਦੇ, ਮੈਨੂੰ ਘਰਾਂ ਦੇ ਵਿੱਚ 2-2 3-3 ਦਿਨ ਆਪਦੇ ਸਾਰੇ ਟੱਬਰ ਨੂੰ ਸਾਨੂੰ ਘਰਾਂ 'ਚ ਰਹਿਣਾ ਪੈਂਦਾ, ਸਾਨੂੰ ਅਸੀਂ ਬਾਹਰ ਨਹੀਂ ਨਿਕਲ ਸਕਦੇ। ਸੋ ਇਹ ਕੋਈ ਆਸਾਨ ਨਹੀਂ ਲੋਕਾਂ ਵਾਸਤੇ। ਲੋਕਾਂ ਦਾ ਜੇ ਮੈਨੂੰ ਲੋਕਾਂ ਨੇ ਪਸੰਦ ਕਰਦੇ ਘਰ ਤੱਕ ਆ ਜਾਂਦੀ ਹੈ। ਹਾਂਜੀ, ਮੇਰੇ ਘਰ ਦੇ ਬਾਹਰ ਆਲੇ ਦੁਆਲੇ ਪੂਰਾ ਬੈਰੀਕੇਡਿੰਗ ਕਰਕੇ ਘਰ ਮੇਰਾ ਸੀਲ ਕਰ ਦਿੱਤਾ ਜਾਂਦਾ ਵੀ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਕਿਤੇ ਕਿਸੇ ਲੀਡਰ ਨੂੰ ਨਾ ਘੇਰ ਲੇ। ਤੁਹਾਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਕਿੱਥੇ ਪੰਗਾ ਲੈ ਲਿਆ? ਹਰ ਰੋਜ਼ ਪੁਲਿਸ ਆ ਜਾਂਦੀ ਹੈ, ਕਦੇ ਕੋਈ ਗ੍ਰਿਫਤਾਰੀ ਪੈ ਜਾਂਦੀ ਹੈ, ਕਦੇ ਇਹਨਾਂ ਨੂੰ ਲੈ ਜਾਂਦੇ ਆ। ਬਤੌਰ ਪਤਨੀ ਕੀ ਮਹਿਸੂਸ ਕਰਦੇ ਹੋ? ਦੇਖੋ, ਜ਼ਿੰਦਗੀ ਜਿਹੜੀ ਹੈ ਨਾ ਸੰਘਰਸ਼ਾਂ ਨਾਲ ਘਿਰੀ ਹੋਈ ਹੈ। ਜੇ ਆਪਾਂ ਜ਼ਿੰਦਗੀ 'ਚ ਸੰਘਰਸ਼ ਹੀ ਨਹੀਂ ਕਰਾਂਗੇ ਤੇ ਆਪਾਂ ਹਾਸਿਲ ਵੀ ਕੀ ਕਰ ਲਾਂਗੇ? ਬਿਨਾਂ ਸੰਘਰਸ਼ ਤੋਂ ਆਪਾਂ ਜ਼ਿੰਦਗੀ 'ਚ ਕੁਝ ਨਹੀਂ ਹਾਸਿਲ ਕਰ ਸਕਦੇ। ਇਹ ਜੋ ਕਰ ਰਹੇ ਨੇ, ਮੈਂ ਇਹਨਾਂ ਦੇ ਲਈ ਇਸ ਚੀਜ਼ ਵਾਸਤੇ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਔਰ ਇਹਨਾਂ ਦਾ ਪੂਰਾ ਸਾਥ ਨਾਲ ਖੜਦੇ ਹੋ? ਨਾਲ ਖੜਦੀ ਹਾਂ। ਕਦੇ ਰੋਕਿਆ ਨਹੀਂ? ਮੈਂ ਕਦੀ ਰੋਕਾਂਗੀ ਵੀ ਨਹੀਂ। ਕਦੇ ਇਹ ਨਹੀਂ ਹੁੰਦਾ ਕਿ ਹਾਸਲ ਕੀ ਕੀਤਾ? ਕਦੇ ਇਹ ਨਹੀਂ ਸਵਾਲ ਕਰਦੇ? ਦੇਖੋ, ਮੈਂ ਇਹ ਨਹੀਂ ਕਹਿ ਸਕਦੀ। ਦੇਖੋ, ਜ਼ਿੰਦਗੀ ਦੇ ਵਿੱਚ ਕੁਝ ਵੀ ਇੱਕੋ ਦਮ ਸ਼ਾਰਟਕਟ ਦੇ ਵਿੱਚ ਹਾਸਿਲ ਨਹੀਂ ਹੁੰਦਾ। ਉਹਦੇ ਲਈ ਬਹੁਤ ਲੰਬੀ ਲੜਾਈ ਚੜ੍ਹਨੀ ਪੈਂਦੀ ਹੈ ਤੇ ਜਿੰਨੇ ਪੌੜੀਆਂ ਆਪਾਂ ਚੜਾਂਗੇ, ਉਹ ਜਿਹੜੀ ਤਰੱਕੀ ਜਦੋਂ ਉਸ ਪੌੜੀਆਂ ਨੂੰ ਚੜ੍ਹ ਕੇ ਹਾਸਿਲ ਕਰਾਂਗੇ ਨਾ, ਉਹ ਤਰੱਕੀ ਦਾ ਸਵਾਦ ਕੁਝ ਹੋਰ ਹੋਵੇਗਾ। ਫਿਰ ਜਦੋਂ ਬੈਂਸ ਸਾਹਿਬ ਦੇ ਨਾਲ ਜੁੜੇ, ਬੈਂਸ ਸਾਹਿਬ ਹੀ ਕਿਉਂ, ਤੁਸੀਂ ਪੁੱਛਿਆ ਨਹੀਂ ਆ ਕੇ? ਦੇਖੋ, ਬੈਂਸ ਭਾਜੀ ਨੂੰ ਮੈਂ ਸ਼ੁਰੂ ਤੋਂ ਥੋੜਾ ਜਿਹਾ ਆਪਣਾ ਆਈਡਲ ਮੰਨਦੀ ਸੀ। ਜਦੋਂ ਉਹਨਾਂ ਨੇ ਬੜੇ ਕੰਮ ਕੀਤੇ, ਜਿਵੇਂ ਪਾਸਪੋਰਟ ਦਫ਼ਤਰ ਚਲੇ ਜਾਣਾ, ਠੀਕ ਹੈ ਨਾ, ਉਹ ਧੜਕੇਬਾਜ਼, ਉਹ ਲੱਗਦਾ ਸੀ ਹਾਂ ਵੀ ਕੋਈ ਕੰਮ ਕਰ ਰਿਹਾ, ਬੰਦਾ ਦਿਖਦਾ ਪਿਆ ਕਿ ਕੋਈ ਬੰਦਾ ਕਿਸੇ ਵਾਸਤੇ ਖੜਾ। ਇੰਨੀ ਪਬਲਿਕ ਆ, ਪਬਲਿਕ ਦਾ ਕਿੰਨਾ ਕੰਮ ਹੁੰਦਾ। ਦੇਖੋ ਜੋ ਵੀ MLA ਆਂਦਾ ਜਾਂ ਸਰਕਾਰ ਆਂਦੀ, ਉਹਦਾ ਕੰਮ ਇਹ ਨਹੀਂ ਹੁੰਦਾ ਸੜਕਾਂ ਬਣਾ ਲਈਆਂ, ਡੈਮ ਬਣਾ ਲਏ, ਲੇਕ ਬਣਾ ਲਏ, ਵੱਡੀ ਵੱਡੀ ਬਿਲਡਿੰਗਾਂ ਖੜੀ ਕਰਤੀਆਂ। ਜਦ ਤੱਕ ਸਾਡੀ ਕੰਟਰੀ ਦਾ ਜਾਂ ਆਪਾਂ ਕਹਿ ਦਈਏ ਸਾਡੇ ਹਲਕੇ ਦਾ, ਜੋ ਵੀ ਆਪਾਂ ਏਰੀਏ ਦਾ ਲੋਕ ਹੀ ਨਹੀਂ ਤਰੱਕੀ ਕਰਨਗੇ ਜਾਂ ਲੋਕਾਂ ਦੇ ਮਸਲੇ ਹੀ ਨਹੀਂ ਹੱਲ ਕਰਨਗੇ, ਸੜਕਾਂ ਬਣਾਉਣ ਦਾ ਕੀ ਫਾਇਦਾ? ਕੀ ਬਣਾਉਣ ਦਾ ਫਾਇਦਾ? ਡੈਮ ਬਣਾਉਣ ਦਾ ਕੀ ਫਾਇਦਾ? ਜਦ ਤੱਕ ਸਾਡੇ ਲੋਕ ਅਨਇੰਪਲੋਇਡ ਰਹਿਣਗੇ, ਦੇਖੋ ਜਿਨ੍ਹਾਂ ਨੂੰ ਨੌਕਰੀਆਂ ਹੀ ਨਹੀਂ ਮਿਲਣਗੀਆਂ, ਉਹਦਾ ਕੀ ਫਾਇਦਾ? ਹੁਣ ਸਾਰੇ ਕਹਿੰਦੇ ਆ ਕਿ ਕੰਟਰੀ ਦੀ GDP ਵੱਧ ਰਹੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਵੱਧ ਰਿਹਾ। ਜੇ ਕੰਟਰੀ ਦੇ ਵਿੱਚ ਆਪਾਂ ਕਹਿ ਦਈਏ, ਜੇ ਹਲਕੇ ਦੇ ਵਿੱਚ ਲੋਕ ਕੀ ਕਹਿੰਦੇ, ਬਿਨਾਂ ਮਤਲਬ ਰੋਜ਼ਗਾਰੀ ਤੋਂ ਬਿਨਾਂ ਮਤਲਬ ਬੈਠੇ, ਰੋਜ਼ਗਾਰ ਹੀ ਨਹੀਂ ਹੈ, ਉਸ ਤਰੱਕੀ ਦਾ ਵੀ ਕੋਈ ਫਾਇਦਾ ਨਹੀਂ। ਬੜਾ ਸੰਘਰਸ਼ ਇਹ ਕਰਦੇ ਆ। ਮੇਰੇ ਯਾਦ ਹੈ ਇੱਕ ਵਾਰ ਤੁਸੀਂ ਕਿਤੇ ਧਰਨਾ ਲਾਉਣ ਗਏ, ਤੁਹਾਡੀ ਦਸਤਾਰ ਤੱਕ ਲਾ ਦਿੱਤੀ ਗਈ ਸੀ। ਦੇਖੋ, ਇਹ ਬਹੁਤ ਵੱਡਾ ਇਨਸੀਡੈਂਟ ਜਿਹੜਾ ਮੇਰੇ ਲਾਈਫ ਦਾ ਸਭ ਤੋਂ ਵੱਡਾ ਜਿਹੜਾ ਮਾੜਾ ਇਨਸੀਡੈਂਟ ਜਿਹਨੂੰ ਕਹਿ ਸਕਦੇ ਹਾਂ, ਕਿਉਂਕਿ ਕਾਂਗਰਸ ਦੀ ਮਨਸ਼ਾ ਹਮੇਸ਼ਾ ਰਹੀ ਹੈ ਵੀ ਸਿੱਖਾਂ ਦੀ ਪੱਗ ਲਾਓ, ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਓ, ਔਰ ਸਾਡਾ ਅਕਾਲ ਤਖਤ ਸਾਹਿਬ ਜਿਹਨਾਂ ਨੇ ਢਾਹਤਾ, ਤੇ ਉਹਨਾਂ ਦੀ ਮਨਸ਼ਾ ਤੁਸੀਂ ਦੇਖ ਹੀ ਸਕਦੇ ਕੀ ਹੋ ਸਕਦੀ ਹੈ। ਸੋ ਮੈਂ ਉੱਥੇ ਕੋਈ ਆਪਦੀ ਨਿੱਜੀ ਲੜਾਈ ਨਹੀਂ ਲੜਨ ਗਿਆ ਸੀ। ਮੈਂ ਉੱਥੇ ਕਰੋਨਾ ਕਾਲ ਦੇ ਵਿੱਚ ਲੋਕੀ ਜਿਹੜੇ ਮਰ ਰਹੇ ਸੀ, ਲੁਧਿਆਣਾ ਐਡਾ ਵੱਡਾ ਸਨਅਤੀ ਸ਼ਹਿਰ ਜਿਹਨੂੰ ਅਸੀਂ ਕਹਿੰਦੇ ਹਾਂ, ਤੁਸੀਂ ਵੀ ਇੱਥੇ ਬਹੁਤ ਸਾਲ ਰਹੇ ਹੋ, ਇੱਕ ਸਿਵਲ ਹਸਪੀਟਲ ਆ ਜਿਹਦੇ ਵਿੱਚ 0 ਵੈਂਟੀਲੇਟਰ ਆ। ਜੇ ਕਰੋਨਾ ਕਾਲ ਦੇ ਵਿੱਚ ਲੋਕੀ ਬਿਨਾਂ, ਗਰੀਬ ਬੰਦਾ ਜਿਹੜਾ DMC ਵਰਗੇ, CMC ਵਰਗਿਆਂ ਵੱਡਿਆਂ ਹਸਪਤਾਲਾਂ ਦੇ ਵਿੱਚ, ਪੁੱਲ ਵਰਗਿਆਂ ਦੇ ਵਿੱਚ ਨਹੀਂ ਇਲਾਜ ਕਰਾ ਸਕਦਾ, ਉਹਨੇ ਤਾਂ ਸਿਵਲ ਹਸਪੀਟਲ 'ਚ ਹੀ ਜਾਣਾ ਨਾ। ਬਿਲਕੁਲ। ਜੇ ਹੁਣ ਸਾਹ ਦੀ ਕਿਸੇ ਨੂੰ ਦਿੱਕਤ ਆ ਰਹੀ ਆ ਤਾਂ ਉਹਨੂੰ ਵੈਂਟੀਲੇਟਰ ਜੇ ਸਿਵਲ 'ਚ ਜਾ ਰਿਹਾ ਤਾਂ ਉੱਥੇ ਪ੍ਰੋਵਾਈਡ ਨਹੀਂ ਹੋ ਰਿਹਾ। ਉਹ ਕਹਿੰਦੇ ਤੁਸੀਂ ਜੀ ਪਟਿਆਲੇ ਜਾਓ ਰਜਿੰਦਰ ਹਸਪੀਟਲ ਦੇ ਵਿੱਚ, ਤੇ ਉੱਥੇ ਜਾ ਕੇ ਲਾਈਨਾਂ ਲੱਗੀਆਂ, ਬਾਹਰ ਮੋੜ ਤੱਕ ਲਾਈਨਾਂ ਲੱਗੀਆਂ, ਹਜ਼ਾਰਾਂ ਲੋਕ ਖੜੇ ਆ ਪਹਿਲਾਂ ਹੀ ਵੈਂਟੀਲੇਟਰ ਦੀ ਸੇਵਾ ਲੈਣ ਲਈ। ਤੇ ਐਡਾ ਵੱਡਾ ਸ਼ਹਿਰ ਹੋਵੇ ਤੇ ਲੁਧਿਆਣੇ ਦੇ MP ਦੂਜੀ ਵਾਰ MP ਬਣੇ ਹੋਣ ਤੇ ਇੱਥੇ ਸਿਵਲ ਦੇ ਵਿੱਚ ਇੱਕ ਵੈਂਟੀਲੇਟਰ ਨਾਲ ਲਵਾ ਸਕਣ, ਤਾਂ ਇਦੋਂ ਵੱਡੀ ਮੈਂ ਸਮਝਦਾ ਮੰਦਭਾਗੀ ਕੋਈ ਗੱਲ ਨਹੀਂ ਹੋ ਸਕਦੀ। ਉਹ ਮੁੱਦਾ ਅਸੀਂ ਚੱਕਿਆ, ਲੋਕਾਂ ਦਾ ਮੁੱਦਾ ਸੀਗਾ, ਕੋਈ ਬੋਲਦਾ ਕੋਈ ਲੀਡਰ ਨਹੀਂ ਸੀ, ਸਾਰੇ ਰਲੇ ਹੋਏ। ਉਹਦਾ ਮੁੱਦਾ ਮੈਂ ਚੱਕਿਆ, ਅਸੀਂ ਆਵਾਜ਼ ਬਣ ਕੇ ਅਸੀਂ ਚੰਦਾ ਇਕੱਠਾ ਕੀਤਾ। ਮੈਂ ਕਿਹਾ ਵੀ ਚੰਦਾ ਇੱਕ ਐਜ਼ ਇੱਕ ਮੈਂ ਸਮਝਦਾ ਵੀ ਆਪਾਂ ਕੋਈ ਧਰਨਾ ਲਾ ਦਿੰਦੇ ਹਾਂ, ਕੋਈ ਰਿਮਾਰਕੇਬਲ ਧਰਨਾ ਆਪਾਂ ਲਾ ਦਿੰਦੇ ਹਾਂ। ਮੈਂ ਉਹ ਲੈ ਕੇ ਗਿਆ ਉੱਥੇ ਚੰਦਾ, ਵੀ ਚੰਦਾ ਜੇ ਤੁਹਾਡੇ ਕੋਲ ਨਹੀਂ ਪੈਸਾ, ਤੁਹਾਡੇ ਕੋਲ MP ਲੈਟ ਦੇ ਵਿੱਚ ਨਹੀਂ ਫੰਡ, ਰਵਨੀਤ ਬਿੱਟੂ ਦੇ ਘਰ ਦੇ ਬਾਹਰ ਗਏ ਤੁਸੀਂ। ਮੈਂ ਲੋਕਾਂ ਨੇ ਸਾਨੂੰ ਚੰਦਾ ਦਿੱਤਾ, 10 ਕਿਸੇ ਨੇ 20, ਕਿਸੇ ਨੇ 1000, ਕਿਸੇ ਨੇ 500, ਤੇ ਉਹ ਪੈਸਾ ਜਿਹੜਾ ਇਕੱਠਾ ਹੋਇਆ ਉਹ ਲਗਭਗ 50-60 ਹਜ਼ਾਰ ਰੁਪਇਆ ਸੀਗਾ। ਅਸੀਂ ਉਹ ਦੇਣ ਗਏ ਸੀ ਵੀ ਆ ਭਾਈ ਤੇ ਤੁਹਾਡੇ ਤੋਂ ਨਹੀਂ ਹੁੰਦਾ, ਵੀ ਇਹ ਸਾਡਾ ਰਿਮਾਰਕੇਬਲ ਪ੍ਰੋਟੈਸਟ ਵੀ ਤੁਹਾਡੀ ਤੱਕ ਆਵਾਜ਼ ਪਹੁੰਚਾਉਣ ਆਏ ਆ, ਤੁਸੀਂ ਸੈਂਟਰ 'ਚ ਬੈਠੇ ਹੋ, ਤੁਸੀਂ MP ਹੋ ਲੁਧਿਆਣੇ ਦੇ, ਤੁਸੀਂ ਇੱਥੇ ਜੇ ਵੈਂਟੀਲੇਟਰ ਨਹੀਂ ਲਵਾ ਸਕਦੇ, ਜਿਹੜਾ ਲੋਕਾਂ ਨੇ ਤੁਹਾਨੂੰ ਚੁਣ ਕੇ MP ਬਣਾ ਕੇ ਸੈਂਟਰ 'ਚ ਭੇਜਿਆ, ਲੋਕ ਸਭਾ 'ਚ ਭੇਜਿਆ, ਤੇ ਤੁਹਾਡਾ ਫਾਇਦਾ ਕੀ ਆ? ਸੋ ਉਸ ਗੱਲ ਦੀ ਤਲਖੀ ਜਿਹੜੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਈ, ਤੇ ਉਹਦੇ 'ਚ ਆਪਦੇ ਬੰਦੇ ਪਹਿਲਾਂ ਤੋਂ ਪਲਾਂਟਡ ਸਾਰਾ ਕੁਛ, ਪੁਲਿਸ ਉਹਨਾਂ ਦੀ ਮੈਨੇਜ, SHO DSP ਬਾਰ-ਬਾਰ ਮੈਨੂੰ ਫੋਨ ਕਰਕੇ ਬੁਲਾ ਰਹੇ ਆ ਉੱਥੇ ਵੀ ਸਨੀ ਜੀ ਤੁਸੀਂ 5 ਬੰਦੇ ਤੋਂ ਵੱਧ ਨਾ ਆਇਓ ਜੀ, ਕਰੋਨਾ ਚੱਲ ਰਿਹਾ ਜੀ, ਕਰੋਨਾ ਦਾ ਟਾਈਮ ਹੈ, 5 ਬੰਦੇ ਤੁਸੀਂ ਧਰਨਾ ਲਾ ਸਕਦੇ ਹੋ। ਮੈਂ ਕਿਹਾ ਯਾਰ ਮੈਨੂੰ ਕੀ ਹੈ, ਮੈਂ 5 ਜਣੇ ਆ ਜਾਵਾਂਗੇ ਵੀ ਮੈਂ ਤਾਂ। ਕਿੰਨੇ ਜਣੇ ਗਏ ਫਿਰ ਤੁਸੀਂ? 5 ਬੰਦੇ। ਅੱਛਾ, ਤੁਹਾਨੂੰ ਕਿਹਾ ਗਿਆ ਪਹਿਲਾਂ? ਮੈਨੂੰ ਕਹਿ ਕੇ ਬੁਲਾਇਆ ਗਿਆ, DSP ਦਾ ਫੋਨ ਆਇਆ ਮੈਨੂੰ, SHO ਦਾ ਫੋਨ ਆਇਆ ਉਸ ਏਰੀਏ ਦਾ, ਵੀ ਤੁਸੀਂ ਸਰ ਵੀ 5 ਬੰਦੇ ਤੋਂ ਵੱਧ ਨਾ ਆਇਓ, ਵੀ ਇੱਥੇ ਕਰੋਨਾ ਦਾ ਟਾਈਮ ਚੱਲ ਰਿਹਾ, ਵੀ ਤੁਹਾਡੇ ਤੇ ਸਾਨੂੰ ਕਾਰਵਾਈ ਕਰਨੀ ਪੈਣੀ। ਮੈਂ ਕਿਹਾ ਯਾਰ ਮੈਂ ਤਾਂ ਇੱਕ ਐਸਾ ਰਿਮਾਰਕੇਬਲ ਪ੍ਰੋਟੈਸਟ ਆ ਸਾਡਾ। ਉੱਥੇ ਜਦੋਂ ਜਾਂਦੇ ਆ ਉੱਥੇ ਕੀ ਹੁੰਦਾ,
ਹੁਣ ਪੁਲਿਸ ਉੱਥੇ ਖੜੀ ਆ, ਬਿੱਟੂ ਜੀ ਦੇ ਘਰ ਦੇ ਬਾਹਰ ਇੱਕ ਬੈਰੀਕੇਡ ਲੱਗਿਆ, ਉਹ ਪੁਲਿਸ ਦਾ ਐਸਐਚਓ ਆ ਜਿਹੜਾ ਉਸ ਟਾਈਮ ਦਾ, ਉਹ ਬੈਰੀਕੇਡ ਖੋਲ੍ਹਦਾ ਤੇ ਅੰਦਰੋਂ 200-300 ਬੰਦੇ ਦੀ ਹੇਡ ਬਾਹਰ ਨਿਕਲਦੀ ਆ ਘਰ ਦੇ ਅੰਦਰੋਂ। ਰਵਨੀਤ ਬਿੱਟੂ ਐਮਪੀ ਦੇ ਘਰੋਂ, ਬਿੱਟੂ ਦੇ ਘਰ ਦੇ ਅੰਦਰੋਂ ਨਿਕਲਦੀ। ਤੁਹਾਨੂੰ ਕਿਹਾ ਗਿਆ ਕਿ ਕਰੋਨਾ ਹੈ, 5 ਬੰਦਿਆਂ ਤੋਂ ਵੱਧ ਨਾ ਆਇਓ, ਤੇ ਐਮਪੀ ਦੇ ਘਰੇ 300 ਬੰਦਾ ਖੜਾ ਹੈ। 300 ਬੰਦਾ ਖੜਾ, ਔਰ ਜਦੋਂ ਬੈਰੀਕੇਡ ਪਾਸੇ ਕਰਦੇ ਅੰਦਰੋਂ ਆ ਕੇ ਬੰਦੇ ਸਾਡੇ ਸਾਹਮਣੇ ਖੜਾ ਦਿੰਦੇ ਆ, ਉਹ ਸਾਡੇ ਨਾਲ ਬਹਿਸਣ ਲੱਗਦੇ ਆ ਵੀ ਤੁਸੀਂ ਸਾਡੇ ਐਮਪੀ ਨੂੰ ਕਿੱਦਾਂ ਕਰ ਲਿਆ, ਤੁਸੀਂ ਗੱਲ ਕਿਵੇਂ ਕਰ ਲਈ, ਸਵਾਲ ਕਿਵੇਂ ਪੁੱਛ ਲਿਆ, ਵੀ ਤੁਸੀਂ ਕਿਉਂ ਮੁੱਦਾ ਚੱਕ ਲਿਆ। ਉਸ ਤੋਂ ਬਾਅਦ ਮੇਰੇ ਤੇ ਹਮਲਾ ਹੁੰਦਾ, ਉਹ ਲਾਈਵ ਉਹਦੇ ਵਿੱਚ ਤੁਹਾਡਾ ਚੈਨਲ ਵੀ ਉੱਥੇ ਸੀਗਾ, ਸਾਰੇ ਨੈਸ਼ਨਲ ਚੈਨਲ ਸੀਗੇ, ਉੱਥੇ ਮੇਰੇ ਤੇ ਅਟੈਕ ਹੁੰਦਾ, ਮੇਰੀ ਦਸਤਾਰ ਨੂੰ ਮੇਰੇ ਤੇ ਅਟੈਕ, ਮੇਰੇ ਬਾਕੀ ਬੰਦੇ ਸਾਰੇ ਪਾਸੇ ਕਰ ਦਿੱਤੇ ਜਾਂਦੇ ਆ, ਮੇਰੇ ਦੇ ਉੱਪਰ ਅਟੈਕ ਕਰਕੇ ਮੇਰੀ ਪੱਗ ਨੂੰ ਫੜਿਆ ਜਾਂਦਾ। ਮੇਰੇ ਤੇ ਕੋਈ ਕਿਸੇ ਨੇ ਚਾਕੂ ਨਹੀਂ ਮਾਰਿਆ, ਕਿਸੇ ਨੇ ਮੇਰੇ ਤੇ ਛੁਰੀ ਨਹੀਂ ਮਾਰੀ, ਮੇਰੇ ਤੇ ਸਿਰਫ ਮੇਰੀ ਪੱਗ ਤੇ ਆ ਕੇ ਹੱਥ ਪਾਇਆ ਵੀ ਇਹਦੀ ਪੱਗ ਲਾ ਕੇ ਥੱਲੇ ਸੁੱਟੀਏ, ਪਹਿਲਾਂ ਉਹਦੇ ਪੈਰ ਮਾਰੇ ਗਏ। ਮੇਰੀ ਦਸਤਾਰ ਨੇ ਇਹਨਾਂ ਦਾ ਕੀ ਮਾੜਾ ਕੀਤਾ, ਜੇ ਮੈਂ ਕਿਸੇ ਦਾ ਮੁੱਦਾ ਚੱਕਿਆ ਉਹ 'ਚ ਮੇਰੀ ਦਸਤਾਰ ਦਾ ਕੋਈ ਕਸੂਰ ਤਾਂ ਨਹੀਂ। ਉਹ 'ਚ ਦਸਤਾਰ ਤੇ ਠੁੱਡੇ ਮਾਰੇ ਗਏ, ਮੇਰੀ ਦਸਤਾਰ ਤੇ ਖਿੱਚ ਕੇ ਮੇਰੀ ਦਸਤਾਰ ਥੱਲੇ ਸੁੱਟੀ ਗਈ, ਫਿਰ ਉਹ 'ਤੇ ਲੱਤਾਂ ਮਾਰੀਆਂ ਗਈਆਂ, ਫਿਰ ਮੈਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਮਾਰਨ ਦੀ ਕੋਸ਼ਿਸ਼, ਪਰ ਉਹ ਤਾਂ ਇਹਨਾਂ ਤੋਂ ਹੋ ਨਹੀਂ ਪਾਇਆ। ਸੋ ਇਹਨਾਂ ਦੀ ਮਨਸ਼ਾ ਵੀ ਇੱਕ ਸਿੱਖ ਦੀ ਦਸਤਾਰ ਕਿਵੇਂ ਰੋਲੀ ਜਾ ਸਕਦੀ ਆ, ਉਹਨੂੰ ਅਸੀਂ ਕਿਵੇਂ ਡਿਮੋਰਲਾਈਜ਼ ਕਰ ਸਕਦੇ ਹਾਂ, ਅਸੀਂ ਉਹਨੂੰ ਕਿੱਦਾਂ ਇੱਕ ਇੰਨਾ ਕੁ ਉਹਨੂੰ ਅਗਲੇ ਨੂੰ ਬੇਇੱਜ਼ਤ ਕਰ ਦਈਏ ਤਾਂ ਕਿ ਉਹ ਦਸਤਾਰ ਹੀ ਨਾ ਮੰਨੇ। ਸੋ ਇਹਨਾਂ ਦੀ ਇਹ ਮਨਸ਼ਾ ਸੀ। ਸੋ ਮੈਂ ਉਸ ਚੀਜ਼ ਤੋਂ ਨਿਕਲਿਆ, ਮੇਰੇ ਪਰਿਵਾਰ ਨੇ ਮੇਰੇ ਵਾਸਤੇ ਬਹੁਤ ਮੈਨੂੰ ਪਿੱਛੇ ਮੇਰੇ ਖੜਾ ਹੋਇਆ ਉਸ ਚੀਜ਼ ਪਿੱਛੇ। ਤੁਹਾਡੇ ਜਜ਼ਬਾਤ ਕੀ ਸੀਗੇ? ਦਸਤਾਰ ਲਾਈ ਗਈ ਉਸ ਵੇਲੇ ਜਜ਼ਬਾਤ ਕੀ ਸੀਗੇ? ਦੇਖੋ, ਜਦੋਂ ਕਿਸੇ ਸਿੱਖ ਦੀ ਤੁਸੀਂ ਦਸਤਾਰ ਲਾਉਂਗੇ ਤਾਂ ਉਸ ਟਾਈਮ ਉਹਦੇ ਜਜ਼ਬਾਤ ਕੀ ਹੋ ਸਕਦੇ ਆ, ਤੁਸੀਂ ਮੱਕੜ ਸਾਹਿਬ ਚੰਗੀ ਤਰ੍ਹਾਂ ਜਾਣਦੇ ਹੋ। ਜਦੋਂ ਸਾਡੀ ਗੁਰੂਆਂ ਦੀ ਬਖਸ਼ੀ ਹੋਈ ਸਾਨੂੰ ਦਾਤ ਦਸਤਾਰ, ਸਾਡਾ ਮਾਣ ਹੈ, ਸਾਨੂੰ ਇਹੀ ਸਾਡੀ ਪਹਿਚਾਣ ਕੀ ਹੈ ਦਸਤਾਰ। ਜੇ ਮੇਰੇ ਪਿੱਛੇ ਗਗਨਦੀਪ ਸਿੰਘ ਲੱਗਦਾ ਤਾਂ ਉਹਦੀ ਪਹਿਚਾਣ ਤਾਂ ਸਾਡੀ ਦਸਤਾਰ ਹੈ ਨਾ। ਉਹਦਾ ਕੋਈ ਜ਼ਰੂਰੀ ਨਹੀਂ ਜੇ ਮੈਂ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਮੇਰੇ ਸਿਰ ਤੇ ਪੱਗ ਬੰਨੀ ਆ, ਇਹਦਾ ਮਤਲਬ ਮੈਂ ਸਿੰਘ ਹਾਂ। ਸੋ ਉਸ ਚੀਜ਼ ਨੂੰ ਮਿਟਾਉਣ ਲਈ ਇਹਨਾਂ ਨੇ ਪੂਰਾ ਜ਼ੋਰ ਲਾਇਆ, ਪਰ ਉਹਦੇ ਪਿੱਛੇ ਮੇਰੀ ਬੰਦੇ ਕੌਣ ਸੀਗੇ, ਉਹ ਪਛਾਣ ਲਏ ਤੁਸੀਂ? ਬੰਦੇ ਐਮਐਲਏ ਕੁਲਦੀਪ ਸਿੰਘ ਵੈਦ ਦੇ ਬੰਦੇ, ਸਾਰੇ ਉਹਦੇ ਸਰਪੰਚ, ਉਹਦੇ ਹਲਕੇ ਦੇ ਬੰਦੇ, ਉਹ ਮੇਰੇ ਕੱਲੇ ਰਡਾਰ ਦੇ ਬੰਦੇ ਮੈਨੂੰ ਜਾਣਦਾ ਮੈਂ। ਇੱਕ ਉਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਸੀਗਾ ਉਹਨਾਂ ਦਾ, ਸੋ ਇੱਕ ਉਹਦਾ ਪੀਏ ਸੀ। ਸੋ ਮੈਂ ਸਾਰੇ ਮੇਰੇ ਯੂਥ ਕਾਂਗਰਸ ਦੇ ਕੁਝ ਮੁੰਡੇ ਸੀਗੇ ਪੁਰਾਣੇ ਜਿਹੜੇ ਹੁੰਦੇ ਸੀ, ਸੋ ਮੈਨੂੰ ਤਾਂ ਸਾਰੇ ਪਤਾ ਸੀ। ਸਬੈਕੀ ਹੋਇਆ ਜਾਂ ਫਿਰ ਤੁਹਾਨੂੰ ਲੱਗਦਾ ਪਲਾਨਡ ਸੀਗਾ? ਇਹ ਨਹੀਂ, ਇਹ ਪਲਾਨਡ ਸੀ ਮੱਕੜ ਸਾਹਿਬ। ਪਲਾਨਡ ਇਸ ਕਰਕੇ ਸੀ ਕਿਉਂਕਿ ਮੈਨੂੰ ਉੱਥੇ ਬੁਲਾਇਆ ਗਿਆ, ਮੈਨੂੰ ਡੀਐਸਪੀ, ਐਸਪੀ ਐਂਡ ਐਸਐਚਓ ਫੋਨ ਕਰ ਰਹੇ ਆ, ਸੀਆਈਡੀ ਵਾਲੇ ਮੈਨੂੰ ਫੋਨ ਕਰ ਰਹੇ ਆ, ਕਿਉਂਕਿ ਅਸੀਂ ਜਦੋਂ ਕੋਈ ਪ੍ਰੋਟੈਸਟ ਕਰਦੇ ਹਾਂ ਤਾਂ ਸੀਆਈਡੀ ਵਾਲੇ ਆ, ਐਸਪੀ ਹੋ ਗਏ, ਸਾਡੇ ਸਾਰੇ ਲਿੰਕ 'ਚ ਰਹਿੰਦੇ ਵੀ ਤੁਸੀਂ ਕੀ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ, ਕੀ ਹੋਣਾ ਚਾਹੀਦਾ। ਸੋ ਇਹ ਸਾਰਾ ਕੁਝ ਪਹਿਲਾਂ ਉਹਨਾਂ ਨੂੰ ਪਤਾ ਸੀ ਵੀ ਮੈਂ ਇੱਥੇ ਆ ਰਿਹਾ। ਇਹਨਾਂ ਨੂੰ ਇੱਦਾਂ ਸੀ ਵੀ ਇਹਦੀ ਬੇਇੱਜ਼ਤੀ ਕਰਕੇ ਇਹਨੂੰ ਘਰੇ ਬਿਠਾਈਏ, ਵੀ ਇਹ ਬਾਰ-ਬਾਰ ਸਾਨੂੰ ਪਰੇਸ਼ਾਨ ਕਰਦਾ, ਸਾਨੂੰ ਤੰਗ ਕਰਦਾ, ਸਾਡੇ ਇਹ ਲੋਕਾਂ ਦੇ ਮੁੱਦੇ ਚੱਕਦਾ, ਤੇ ਇਹਦੀ ਆਵਾਜ਼ ਇੱਥੇ ਬੰਦ ਕਰ ਦਈਏ ਤਾਂ ਕਿ ਇਹ ਮੁੱਦਾ ਇੱਥੇ ਖਤਮ ਹੋ ਜਾਏ। ਤੁਹਾਨੂੰ ਕਦੋਂ ਪਤਾ ਲੱਗਿਆ ਕਿ ਜਦੋਂ ਇਹ ਗੱਲ ਬਣੀ ਤੁਸੀਂ ਕਿੱਥੇ ਸੀਗੇ? ਮੈਂ ਉਸ ਟਾਈਮ ਤੇ ਘਰੇ ਸੀਗੀ, ਤੇ ਮੋਸਟਲੀ ਹਰ ਇੱਕ ਚੀਜ਼ ਹੁੰਦੀ ਹੈ ਅੱਜ ਕੱਲ੍ਹ ਫੇਸਬੁੱਕ ਦੇ ਉੱਤੇ ਲਾਈਵ ਹੁੰਦੀ ਹੈ, ਤੇ ਮੈਂ ਜਦੋਂ ਦੇਖਿਆ ਥੋੜ੍ਹੀ ਜਿਹੀ ਸਾਨੂੰ ਇਹ ਵੈ ਕਿ ਉਸ ਟਾਈਮ ਤੇ ਲੱਗਿਆ, ਫੀਲ ਹੋਇਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਇੱਕ ਤਾਂ ਬੰਦਾ ਆਪਣੀ ਆਮ ਜਨਤਾ ਵਾਸਤੇ ਖੜਾ ਹੋ ਰਿਹਾ, ਉਹਨਾਂ ਦੀ ਗੱਲਾਂ ਵਾਸਤੇ, ਮਤਲਬ ਉਹਨਾਂ ਦੇ ਜਿਹੜੇ ਕੀ ਕਹਿੰਦੇ ਹੱਕ ਹੈ ਉਹਦੇ ਵਾਸਤੇ ਖੜਾ ਹੋ ਰਿਹਾ, ਉਹਨਾਂ ਵਾਸਤੇ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਹਿਸਾਬ ਨਾਲ ਉਹਨਾਂ ਨੂੰ ਇਸ ਚੀਜ਼ 'ਚ ਸਾਥ ਦੇਣਾ ਚਾਹੀਦਾ ਸੀ, ਨਾ ਕਿ ਉਹਨਾਂ ਦੀ ਪੱਗ ਦੇ ਉੱਤੇ ਹਮਲਾ ਕਰਨਾ ਚਾਹੀਦਾ ਸੀ। ਦੇਖੋ, ਪੱਗ ਇੱਕ ਬਹੁਤ ਵੱਡੀ, ਇੱਕ ਮਤਲਬ ਆਪਾਂ ਕਹਿੰਦੇ ਸਿਰ ਦਾ ਤਾਜ ਹੁੰਦਾ, ਸਰਦਾਰਾਂ ਲਈ ਇੱਕ ਸਿਰ ਦਾ ਤਾਜ ਹੈ ਪੱਗ। ਤੇ ਜੇ ਤੁਸੀਂ ਉਸ ਪੱਗ ਨੂੰ ਰੋਲ ਰਹੇ ਹੋ, ਤੁਹਾਡੇ ਉਹਨਾਂ ਲੋਕਾਂ ਦੇ ਵਿੱਚੋਂ ਵੀ ਕਈ ਲੋਕ ਇਹੋ ਜਿਹੇ ਹੋਣਗੇ ਜਿਹੜੇ ਪੱਗ ਬੰਨ੍ਹਦੇ ਹੋਣਗੇ। ਇਟ ਮੀਨਸ ਉਹਨਾਂ ਨੇ ਆਪਣੀ ਪੱਗ ਦੇ ਉੱਤੇ ਵੀ ਦਾਗ ਲਾਇਆ ਉਸ ਚੀਜ਼ ਦੇ ਉੱਤੇ। ਤਾਂ ਤੁਸੀਂ ਤੁਰੰਤ ਗੱਲ ਕੀਤੀ ਫਿਰ ਉਸ ਦਿਨ? ਮੈਂ ਉਸ ਟਾਈਮ ਦੇ ਉੱਤੇ ਮੇਰਾ ਇਹਨਾਂ ਦੇ ਨਾਲ ਕੰਟੈਕਟ ਨਹੀਂ ਹੋਇਆ, ਮੇਰਾ ਇਹਨਾਂ ਦੇ ਛੋਟੇ ਬ੍ਰਦਰ ਨਾਲ ਕੰਟੈਕਟ ਹੋਇਆ, ਨਾਲ ਇਹਨਾਂ ਦੀ ਜਿਹੜੀ ਟੀਮ ਹੁੰਦੀ ਹੈ ਉਹਨਾਂ ਨਾਲ ਕੰਟੈਕਟ ਹੋਇਆ। ਇਹਨਾਂ ਦਾ ਬ੍ਰਦਰ ਨਾਲ ਸੀਗਾ, ਉਹਨੇ ਵੀ ਬਹੁਤ ਇਸ ਚੀਜ਼ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ। ਉਹਨੇ ਪੱਗ ਚੱਕੀ, ਇਹਨਾਂ ਦੇ ਸਿਰ ਦੇ ਉੱਤੇ ਰੱਖੀ, ਦੁਬਾਰਾ ਰੱਖੀ। ਦੋ ਦਸਤਾਰਾਂ ਲਈਆਂ, ਇੱਕ ਮੇਰੀ ਲਈ, ਇੱਕ ਉਹ ਵਿੱਚ ਜਦੋਂ ਉਹਨੇ ਦੇਖਿਆ ਵੀ ਇਹ ਹੋ ਕੀ ਗਿਆ, ਉਹ ਗੱਡੀ 'ਚ ਬੈਠਾ ਸੀ, ਮੇਰਾ ਕਜ਼ਨ ਸੀਗਾ, ਉਹ ਗੱਡੀ 'ਚ ਬੈਠਾ ਸੀ। ਉਹਨੇ ਦੇਖਿਆ ਵੀ ਇਹ ਇੱਕਦਮ ਇਹ ਅਟੈਕ ਹੋ ਗਿਆ ਸਨੀ ਤੇ, ਉਹ ਗੱਡੀ 'ਚ ਭੱਜ ਕੇ ਆਇਆ। ਉਹਨੇ ਵਿੱਚ ਆ ਕੇ ਜਿਹੜੇ ਬੰਦੇ ਮੇਰੀ ਦਸਤਾਰ ਉਤਾਰ ਰਹੇ ਸੀ ਤੇ ਠੁੱਡੇ ਮਾਰ ਰਹੇ ਸੀ, ਉਹਨਾਂ ਨੇ ਉਹਨੂੰ ਆ ਕੇ ਪੁਸ਼ ਕੀਤਾ, ਉਹਦੀ ਫਿਰ ਪੱਗ ਉਹਦੀ ਲਾਈ। ਅੱਛਾ, ਉਹ ਤੁਹਾਡੇ ਕਜ਼ਨ ਦੀ ਵੀ ਲੈ ਗਈ, ਉਹਦੀ ਤਾਰੀ। ਸਭ ਤੋਂ ਵੱਡੀ ਗੱਲ ਮੱਕੜ ਸਾਹਿਬ ਇਹ ਆ ਵੀ ਪੁਲਿਸ ਦਾ ਜਿਹੜਾ ਉਸ ਥਾਣੇ ਦਾ ਐਸਐਚਓ ਆ, ਉਹ ਸਾਹਮਣੇ ਖੜਾ, ਡੀਐਸਪੀ ਉੱਥੇ ਖੜਾ, ਔਰ ਉਹ ਸਾਹਮਣੇ ਦੇਖ ਕੇ ਸਾਰਾ ਕੁਝ ਉਹ ਮੂਕ ਦਰਸ਼ਕ ਬਣ ਕੇ ਦੇਖ ਰਹੇ ਆ
ਉਸ ਤੋਂ ਬਾਅਦ ਜਦੋਂ ਸਾਰਾ ਕੁਝ ਹੋ ਜਾਂਦਾ 5-7 ਮਿੰਟ ਬਾਅਦ ਜਦੋਂ ਸਾਡੇ ਵੱਲੋਂ ਰਿਵਰਟ ਹੁੰਦਾ ਜਾਂ ਮੈਂ ਜਦੋਂ ਐਗਰੈਸਿਵ ਹੁੰਦਾ ਤੇ ਫਿਰ ਉਹ ਵਿੱਚ ਆ ਕੇ ਉਹਨਾਂ ਨੂੰ ਭਜਾਉਂਦੇ ਆ ਵੀ ਤੁਸੀਂ ਚਲੋ ਖਦੇੜ ਕੇ ਫਿਰ ਵਾਪਸ ਬਿੱਟੂ ਦੀ ਕੋਠੀ ਦੇ ਅੰਦਰ ਭੇਜ ਦਿੰਦੇ ਆ ਉਹਨਾਂ ਨੂੰ। ਤੁਸੀਂ ਦੇਖੋ ਤੁਸੀਂ ਪਹਿਲਾਂ ਮੇਰੇ ਖਿਆਲ ਦਸਤਾਰ ਨਹੀਂ ਬੰਨ੍ਹਦੇ ਸੀਗੇ, ਤੁਹਾਡੀਆਂ ਮੈਂ ਪੁਰਾਣੀਆਂ ਤਸਵੀਰਾਂ ਵੀ ਦੇਖੀਆਂ, ਫਿਰ ਇਹ ਤਬਦੀਲੀ ਕਿਵੇਂ ਆਈ ਤੁਹਾਡੇ 'ਚ? ਦੇਖੋ ਜਦੋਂ ਇਹ ਮੈਂ ਦਸਤਾਰ ਬੰਨ੍ਹਣੀ ਸ਼ੁਰੂ ਕਰਤੀ ਸੀ ਤਕਰੀਬਨ ਅੱਜ ਤੋਂ 4-5 ਸਾਲ ਪਹਿਲਾਂ, ਤੇ ਜਦੋਂ ਆਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਮੇਰੇ ਮਨ ਤੇ ਬਹੁਤ ਵੱਡੀ ਇੱਕ ਸੱਟ ਵੱਜੀ। ਜਦੋਂ ਮੈਨੂੰ ਪਹਿਲਾਂ ਸ਼ਾਇਦ ਮੈਨੂੰ ਜੇ ਇਨਸੀਡੈਂਟ ਨਾ ਹੁੰਦਾ ਸ਼ਾਇਦ ਮੈਨੂੰ ਦਸਤਾਰ ਦਾ ਮਤਲਬ ਨਾ ਸਮਝ ਆਉਂਦਾ। ਜਦੋਂ ਇਹ ਹੋਣ ਤੋਂ ਬਾਅਦ ਮੈਨੂੰ ਫਿਰ ਸਮਝ ਆਇਆ ਵੀ ਯਾਰ ਤੁਹਾਡੀ ਪੱਗ ਵੀ ਤੁਸੀਂ ਇਹ ਸਾਰਾ ਕੁਝ ਤੁਹਾਡੀ ਪੱਗ ਹੈ, ਇਹ ਤੁਸੀਂ ਆਪਦੀ ਪੱਗ ਜੇ ਤੁਹਾਡੀ ਕੋਈ ਰੋਲ ਰਿਹਾ ਇਹਦਾ ਮਤਲਬ ਤੁਸੀਂ ਤੁਹਾਡੇ ਗੁਰੂ ਦੀ ਬੇਅਦਬੀ ਹੋ ਰਹੀ ਹੈ। ਫਿਰ ਮੈਂ ਪ੍ਰਣ ਲਿਆ। ਉਸ ਤੋਂ ਬਾਅਦ ਅਸੀਂ ਫਿਰ ਉਸ ਤੋਂ ਬਾਅਦ ਬਹੁਤ ਵੱਡਾ ਪੰਜਾਬ ਦੇ ਵਿੱਚ ਰੋਸ ਹੋਇਆ ਇਸ ਚੀਜ਼ ਦਾ, ਪੰਜਾਬ ਦੇ ਵਿੱਚ ਧਰਨੇ ਲੱਗੇ। ਇਕੱਲੇ ਮੈਂ ਨਹੀਂ ਕਹਿੰਦਾ ਵੀ ਮੇਰੀ ਲੋਕ ਇਨਸਾਫ ਪਾਰਟੀ ਨੇ ਉਹਦੇ ਵਿੱਚ ਮੇਰਾ ਸਾਥ ਦਿੱਤਾ, ਹਰ ਪਾਰਟੀ ਨੇ ਉਹਦੇ ਦੇ ਵਿੱਚ ਪਾਰਟੀਸਪੇਟ ਕੀਤਾ। ਮੈਨੂੰ ਬਹੁਤ ਸਾਰੇ ਆਪੋਜੀਸ਼ਨ ਦੇ ਲੀਡਰਾਂ ਦੇ ਮੈਨੂੰ ਫੋਨ ਆਏ, ਅਯਾਲੀ ਸਾਹਿਬ ਦਾ ਵੀ ਮੈਨੂੰ ਫੋਨ ਆਇਆ, ਬਹੁਤ ਸਾਰੇ ਲੋਕਾਂ ਨੇ ਮੈਨੂੰ ਫੋਨ ਕੀਤੇ। ਬੈਂਸ ਸਾਹਿਬ ਬਿਮਾਰ ਸੀ ਉਸ ਟਾਈਮ, ਉਹ ਉਸ ਟਾਈਮ ਇੱਕਦਮ ਆਏ ਮੇਰੇ ਕੋਲੇ, ਉਸੇ ਟਾਈਮ ਮੈਂ ਸੀਪੀ ਆਫਿਸ ਸੀਗਾ। ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਕੇਸ ਰਜਿਸਟਰ ਇਹਨਾਂ ਦੇ ਕਰਨਾ ਚਾਹੀਦਾ ਸਾਨੂੰ। ਡੀਮੋਰਲਾਈਜ਼ ਤਾਂ ਨਹੀਂ ਹੋਏ ਪਰਿਵਾਰਕ ਤੌਰ ਤੇ ਵੀ? ਕਈ ਵਾਰੀ ਬੰਦੇ ਨੂੰ ਮਹਿਸੂਸ ਹੁੰਦਾ ਯਾਰ ਆਹ ਕੀ ਹੋ ਗਿਆ ਸਾਡੇ ਨਾਲ, ਜਾਂ ਸਿਆਸਤ ਛੱਡ ਦਈਏ, ਕਾਹਦੇ ਵਾਸਤੇ ਕਰ ਰਹੇ ਆ? ਨਹੀਂ, ਡੀਮੋਰਲਾਈਜ਼ ਕਦੀ ਵੀ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਦੇਖੋ ਇਹ ਸਭ ਚੀਜ਼ਾਂ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਸਾਰਾ ਕੁਝ ਇੱਕੋ ਦਮ ਚੁਟਕੀਆਂ 'ਚ ਮਿਲ ਗਿਆ ਤੇ ਉਹਦਾ ਮਜ਼ਾ ਕੀ? ਮਜ਼ਾ ਤਾਂ ਤਦ ਹੀ ਆਣਾ ਬੰਦੇ ਨੂੰ ਜਦੋਂ ਇੱਕ ਮਿਹਨਤ ਕਰੋਗੇ। ਪਰ ਜਦੋਂ ਲੋਕਾਂ 'ਚ ਜਾਂਦੇ ਹੋ ਤੁਸੀਂ, ਅੱਜ ਕੱਲ੍ਹ ਡੋਰ ਟੂ ਡੋਰ ਜਾ ਰਹੇ ਹੋ, ਕੀ ਇਹ ਗੱਲ ਲੈ ਕੇ ਜਾਂਦੇ ਹੋ ਜਾਂ ਵਿਕਾਸ ਦੀ ਗੱਲ ਲੈ ਕੇ ਜਾਂਦੇ ਹੋ ਜਾਂ ਬੈਂਸ ਸਾਹਿਬ ਦੀ ਗੱਲ ਕਰਦੇ ਹੋ ਜਾਂ ਤੁਹਾਡੇ ਵਿਰੋਧੀਆਂ ਨੇ ਜੋ ਨਹੀਂ ਕੀਤਾ ਉਹਦੀ ਗੱਲ ਕਰਦੇ ਹੋ? ਦੇਖੋ ਆਪਾਂ ਤਾਂ ਮੇਨ ਇੱਥੇ ਆਪਾਂ ਇਹੀ ਕਵਾਂਗੇ, ਆਪਾਂ ਆਮ ਜਨਤਾ ਦੇ ਬਾਰੇ ਗੱਲ ਕਰਦੇ। ਆਪਾਂ ਤਾਂ ਜਨਤਾ ਦੇ ਹੱਕ ਜਿਹੜੇ ਉਹਨਾਂ ਨੂੰ ਦੇਣੇ ਆ। ਆਪਾਂ ਦੇਖੋ ਹਰ ਇੱਕ ਇਹ ਵੀ ਮਸਲੇ ਨੇ ਕੁਝ, ਠੀਕ ਹੈ ਨਾ, ਇਹਨਾਂ ਦੀ ਪੱਗ ਦਾ ਵੀ ਮਸਲਾ ਹੈ, ਜਿਵੇਂ ਬੈਂਸ ਭਾਜੀ ਦੀ ਪੂਰੀ ਸਪੋਰਟ ਹੈ ਸਾਨੂੰ, ਠੀਕ ਹੈ ਨਾ। ਤੇ ਆਪਣਾ ਕੀ ਕਹਿੰਦੇ ਆ, ਲੋਕਾਂ ਦੇ ਵੀ ਕਈ ਕੰਮ ਹੈ। ਹੁਣ ਪਿਛਲੇ ਕਿੰਨੇ ਸਾਲਾਂ ਤੋਂ ਹੁਣ MLA ਵੈਦ ਦੀ ਅਗਰ ਆਪਾਂ ਗੱਲ ਕਰੀਏ, ਦੇਖੋ 2017 ਦੇ ਵਿੱਚ ਉਹਨੇ ਸਭ ਦੇ ਨਾਲ ਵਾਅਦੇ ਕੀਤੇ ਔਰ 2017 ਤੋਂ ਲੈ ਕੇ 2022 ਆ ਚੁੱਕੀ ਹੈ। ਉਹ ਬੰਦਾ ਕਦੀ ਆਪਣੇ ਗਿੱਲ ਹਲਕੇ ਦੇ ਵਿੱਚ ਉਤਰਿਆ ਵੀ ਨਹੀਂ ਲੋਕਾਂ ਵਾਸਤੇ ਕੰਮ ਕਰੇ। ਉਹ ਕੋਨੇ 'ਚ ਜਾ ਕੇ ਉਹਨੇ ਦਫ਼ਤਰ ਬਣਾਇਆ ਹੋਇਆ, ਦਿਖੇ ਨਹੀਂ ਤੁਹਾਨੂੰ? ਕਦੀ ਦਿਖੇ ਹੀ ਨਹੀਂ। ਮੇਰਾ ਪੂਰੇ ਹਲਕੇ ਦੇ ਬੱਚੇ ਮੇਰੇ ਕੋਲ ਪੜ੍ਹਨ ਆਉਂਦੇ ਨੇ, ਕਦੀ ਵੀ ਨਹੀਂ। ਉਹ ਕਹਿੰਦੇ ਦੀਦੀ ਕਿਹੋ ਜਿਹਾ, ਉਹ ਵਿਚਾਰੇ ਬੱਚੇ ਉਹਨਾਂ ਦੇ ਪੇਰੈਂਟਸ ਸਨੀ ਕੋਲ ਕੰਮ ਕਰਾਉਣ ਆਉਂਦੇ ਨੇ। ਸਾਡੇ ਦਫ਼ਤਰ ਦੇ ਵਿੱਚ ਆਪਾਂ ਕਹਿ ਦਈਏ 24 ਘੰਟੇ 365 ਦਿਨ ਮੇਲਾ ਲੱਗਾ ਰਹਿੰਦਾ ਲੋਕਾਂ ਦੇ ਕੰਮਾਂ ਵਾਸਤੇ, ਕਿ ਕੰਮ ਕਰਨੇ ਆ, ਮਸਲੇ ਹੱਲ ਕਰਨੇ ਆ ਲੋਕਾਂ ਦੇ ਕਿਤੇ ਨਾ ਕਿਤੇ। ਦੇਖੋ ਕਰੋਨਾ ਆਇਆ, ਕਰੋਨੇ ਦੇ ਵਿੱਚ ਵੀ ਸਾਡੇ ਘਰਾਂ ਦੇ ਵਿੱਚ ਲੰਗਰ ਬਣ ਕੇ ਜਾਂਦਾ ਸੀ, ਜਿਹੜਾ ਗਰੀਬ ਲੋਕ ਹੈ। ਮੈਂ ਤੁਹਾਨੂੰ ਇੰਨੀ ਗੱਲ ਕਹਿਦਾ, ਜਿੱਥੇ ਦੇਖੋ ਵੈਦ ਦੀ ਡਿਊਟੀ ਬਣਦੀ ਸੀ ਕਰੋਨਾ ਦੇ ਵਿੱਚ, ਇੰਨਾ ਇੱਥੇ ਸਾਡਾ ਏਰੀਆ ਪਿੱਛੇ ਬੈਕਵਰਡ ਏਰੀਆ, ਉਹਨਾਂ ਨੂੰ ਹਰ ਇੱਕ ਚੀਜ਼ ਦੀ ਸਹੂਲਤ ਪ੍ਰੋਵਾਈਡ ਕਰਨੀ ਹੁੰਦਾ ਇੱਕ ਫਰਜ਼ ਸੀਗਾ। ਉਹ ਫਰਜ਼ ਉਸ ਬੰਦੇ ਨੇ ਨਿਭਾਇਆ, ਉਹ ਫਰਜ਼ ਸਾਡੇ ਪਰਿਵਾਰ ਨੇ ਨਿਭਾਇਆ। ਰਲ ਕੇ ਸਾਡੀ ਪਰਿਵਾਰ ਇੱਕ ਟੀਮ ਦੀ ਤਰ੍ਹਾਂ ਕੰਮ ਕਰ ਰਹੀ ਸੀ ਉਸ ਦੌਰਾਨ ਵੀ, ਕਿ ਉਹ ਬੰਦੇ ਕਿਤੇ ਭੁੱਖੇ ਨਾ ਰਹਿ ਜਾਣ। ਹੜ੍ਹ ਆਏ ਤੁਹਾਡੇ ਹਲਕੇ 'ਚ, ਬੜੀ ਵੱਡੀ ਮਾਰ ਪਈ ਹੈ ਉਦੋਂ, ਕਈ ਪਿੰਡਾਂ 'ਚ ਕਿਸ਼ਤੀਆਂ ਤੇ ਜਾਣਾ ਪੈਂਦਾ ਸੀਗਾ ਜੀ। ਉਦੋਂ ਜਦੋਂ ਹੜ੍ਹ ਆਏ ਆ 2020 ਦੇ ਵਿੱਚ, ਤੇ ਬਹੁਤ ਸਾਰੇ ਪਿੰਡ ਜਿਹੜੇ ਬੰਨ੍ਹ ਦੇ ਉੱਪਰ, ਜਿਹੜਾ ਲਾਡੋਵਾਲ ਦਾ ਜਿਹੜਾ ਬੈਲਟ ਹੈਗੀ ਆ, ਲਾਡੋਵਾਲ ਤੋਂ ਲੈ ਕੇ ਇਹ ਜਿੱਥੇ ਤੱਕ ਦਰਿਆ ਜਾਂਦਾ, ਇਕੱਲਾ ਮੇਰੇ ਹਲਕੇ ਦੇ ਵਿੱਚ ਨਹੀਂ, ਇਹ ਪੂਰੇ ਦਰਿਆ ਦੇ ਅਲੋਂਗ ਜਿੰਨੇ ਵੀ ਪਿੰਡ ਆਉਂਦੇ ਸਾਰੇ ਡੁੱਬ ਗਏ ਸੀ ਉਸ ਟਾਈਮ। ਉਦੋਂ ਜਦੋਂ ਆ ਜਿਹੜੇ ਸਰਕਾਰੀ ਧਿਰ ਦੇ ਨੁਮਾਇੰਦੇ ਹੈਗੇ MLA, ਇਹ ਲੱਭੇ ਨਹੀਂ ਕਿਸੇ ਨੂੰ। ਉਦੋਂ ਜਦੋਂ ਲੋਕਾਂ ਦੀ ਲੋੜ ਸੀ, ਉਦੋਂ ਕੀ ਹੁੰਦਾ ਸੀ, ਉੱਥੇ ਕੱਚੇ ਘਰ ਹੈਗੇ, ਉਹਨਾਂ ਦੀਆਂ ਛੱਤਾਂ ਡਿੱਗ ਪਈਆਂ ਤੇ ਉਹਨਾਂ ਨੂੰ ਤਰਪਾਲਾਂ ਦੇ ਰਹੇ ਸੀ। ਇਹ ਤਰਪਾਲਾਂ ਵੀ ਦਿੱਤੀਆਂ ਕਿਹੜੀਆਂ, ਜਿਹੜੀਆਂ ਫਟੀਆਂ ਹੋਈਆਂ, ਜਿਹਦੇ ਏਡੇ ਏਡੇ ਮੋਰੀਆਂ ਜਿਹਦੇ ਵਿੱਚ, ਉਹ ਤਰਪਾਲਾਂ ਲੋਕਾਂ ਨੂੰ ਦਿੱਤੀਆਂ। ਲੋਕਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਵੀ ਯਾਰ ਸ਼ਰਮ ਕਰ ਲਓ, ਤੁਸੀਂ ਸਰਕਾਰ ਦੇ ਵਿੱਚ MLA ਹੋ ਤੇ ਸਾਨੂੰ ਆ ਫਟੀਆਂ ਤਰਪਾਲਾਂ, ਉਹ ਵੀ ਸਾਡੀ ਛੱਤ ਢੱਕਣ ਲਈ। ਉਦੋਂ ਅਸੀਂ ਇਹਨਾਂ ਨੂੰ ਲੋਕਾਂ ਨੂੰ ਤਰਪਾਲਾਂ ਪ੍ਰੋਵਾਈਡ ਕੀਤੀਆਂ। ਰਾਸ਼ਨ ਦੀ ਪ੍ਰੋਬਲਮ ਬਹੁਤ ਆ ਰਹੀ ਸੀ ਕਿਉਂਕਿ ਕਨੈਕਟੀਵਿਟੀ ਖਤਮ ਹੋ ਗਈ ਸੀ। ਫਿਰ ਰਾਸ਼ਨ ਉਹਨਾਂ ਨੂੰ ਕਿੱਦਾਂ ਕਿਸ਼ਤੀਆਂ ਰਾਹੀਂ ਪਹੁੰਚਾਇਆ। ਦਵਾਈਆਂ, ਬਿਮਾਰੀਆਂ ਉੱਥੇ, ਕਿਉਂਕਿ ਜਦੋਂ ਗੰਦਾ ਪਾਣੀ ਜਦੋਂ ਵੜਿਆ ਲੋਕਾਂ ਦੇ ਘਰਾਂ ਦੇ ਵਿੱਚ, ਬਿਮਾਰੀਆਂ ਬਹੁਤ ਫੈਲੀਆਂ। ਬਿਮਾਰੀਆਂ ਫੈਲਣ ਕਾਰਨ ਤੇ ਲੋਕਾਂ ਬਹੁਤ ਬਿਮਾਰ ਹੋਏ। ਉਹਨਾਂ ਨੂੰ ਅਸੀਂ ਉੱਥੇ ਮੈਡੀਕਲ ਕੈਂਪਸ ਜਿਹੜੇ ਉਸ ਏਰੀਏ ਦੇ ਵਿੱਚ, ਮੈਂ ਕਪੂਰਥਲੇ ਤੱਕ ਅਸੀਂ ਮੈਡੀਕਲ ਕੈਂਪ 'ਚ ਮੈਂ ਜਾ ਕੇ ਦਵਾਈਆਂ ਉੱਥੇ। ਤੁਹਾਨੂੰ ਲਹਿਰ ਨਹੀਂ ਲੱਗਦੀ? ਆਮ ਆਦਮੀ ਪਾਰਟੀ ਦੀ ਕਹੀ ਜਾ ਰਹੀ ਹੈ ਲਹਿਰ ਹੈ, ਇੱਥੇ ਨਹੀਂ ਲੱਗ ਰਹੀ? ਨਹੀਂ ਦੇਖੋ, ਇਹ ਲਹਿਰ ਨਹੀਂ ਹੈ ਜੀ, ਇਹ ਫਰੌਡ ਹੈ। ਇਹ ਫਰੌਡ ਹੈ ਲੋਕਾਂ ਨਾਲ। ਤੁਸੀਂ ਗਰੰਟੀਆਂ ਦਿਓ, ਤੁਸੀਂ ਕਿਸੇ ਨੂੰ 1000 ਰੁਪਇਆ, ਕਦੇ 2000 ਰੁਪਇਆ, ਕਦੇ
ਮੈਂ ਇਦਾਂ ਕਰ ਦੂੰਗਾ। ਤੁਸੀਂ ਪਹਿਲਾਂ ਵੀ 2017 ਦੇ ਵਿੱਚ ਵੀ ਆਹੀ ਕੁਛ ਹੀ ਕੀਤਾ ਸੀ। ਪਾਣੀਆਂ ਦੀ ਕੀਮਤ ਦਾ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਕੇਜਰੀਵਾਲ ਸਾਹਿਬ ਦਾਣਾ ਮੰਡੀ ਦੇ ਵਿੱਚ ਆ ਕੇ, ਵੀ ਜਦੋਂ ਸਾਡੀ ਸਰਕਾਰ ਬਣੂਗੀ ਦਿੱਲੀ ਦੇ ਵਿੱਚ, ਮੈਂ CM ਬਣ ਲੈਣ ਦਿਓ, ਮੈਂ ਜਿਹੜਾ ਤੁਹਾਡਾ ਪੰਜਾਬ ਦਾ ਪਾਣੀ ਹੈ ਉਹਦਾ ਬਕਾਇਆ ਤੁਹਾਨੂੰ ਮੈਂ ਪਹਿਲਾਂ ਬੈਂਸ ਸਾਹਿਬ ਤੁਹਾਨੂੰ ਪਹਿਲਾਂ ਦਊਂਗਾ। ਔਰ ਕੇਜਰੀਵਾਲ ਸਾਹਿਬ CM ਵੀ ਬਣ ਗਏ, ਹੁਣ ਦੁਬਾਰਾ ਫੇਰ ਇਲੈਕਸ਼ਨ ਉੱਥੇ ਆਉਣ ਵਾਲੀ ਹੈ। ਤੇ ਜਦੋਂ ਅਸੀਂ ਜਾਂਦੇ ਰਹੇ ਉਹਨਾਂ ਕੋਲੇ ਪਾਣੀ ਦੀ ਕੀਮਤ ਲੈਣ ਲਈ, ਵੀ ਕੇਜਰੀਵਾਲ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਇੱਕ ਥੋੜ੍ਹੀ ਜਿਹੀ ਅਮਾਊਂਟ ਆ, ਤੁਸੀਂ ਜੇ 21 ਕਰੋੜ ਰੁਪਇਆ ਤੁਸੀਂ ਰਾਜਸਥਾਨ ਨੂੰ ਦੇ ਸਕਦੇ ਹੋ, ਹਿਮਾਚਲ ਨੂੰ ਦੇ ਸਕਦੇ ਹੋ। ਜਿਹੜਾ ਹਿਮਾਚਲ ਦੇ ਪਾਣੀ ਦੀ ਕੀਮਤ ਤੁਸੀਂ ਹਿਮਾਚਲ ਨੂੰ ਦੇ ਸਕਦੇ ਹੋ, ਤੇ ਪੰਜਾਬ ਨਾਲ ਤੁਹਾਡਾ ਕੀ ਵੈਰ ਹੈ ਯਾਰ। ਪੰਜਾਬ ਨੇ ਤੁਹਾਨੂੰ 20 ਸੀਟਾਂ ਦਿੱਤੀਆਂ, 22 ਸੀਟਾਂ ਦਿੱਤੀਆਂ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸਿਰ ਤੇ ਬਿਠਾਇਆ, ਔਰ ਤੁਸੀਂ ਅੱਜ ਉਹਨਾਂ ਨੂੰ ਧੋਖਾ ਕਰ ਰਹੇ ਹੋ। ਸਾਡੀ ਤਾਂ ਡਿਮਾਂਡ ਆਹੀ ਸੀ ਵੀ ਜਿਹੜਾ ਪੰਜਾਬ ਦਾ ਪਾਣੀਆਂ ਦਾ ਪੈਸਾ ਉਹ ਪੰਜਾਬ 'ਚ ਆਉਣਾ ਚਾਹੀਦਾ। ਔਰ ਰਾਜਸਥਾਨ ਤੋਂ 2016 ਤੱਕ 16 ਲੱਖ ਕਰੋੜ ਰੁਪਏ ਦੀ ਕੀਮਤ ਬਣ ਚੁੱਕੀ ਹੈ, ਜਿਹੜੀ ਰਾਜਸਥਾਨ 'ਚ 2016 ਤੱਕ ਦੀ, ਜਿਹੜੀ ਅਸੀਂ ਉਹਨਾਂ ਤੋਂ ਲੈਣੀ ਆ ਆਪਦੇ ਪਾਣੀ ਦੀ ਕੀਮਤ। ਤੇ ਇਹਨਾਂ ਵੱਲ ਤਾਂ ਬਹੁਤ ਥੋੜੀ ਜਿਹੀ ਅਮਾਊਂਟ ਹੈ, ਸਿਰਫ ਜ਼ਰੀਆ ਬਣਨਾ ਸੀ। ਤੁਹਾਨੂੰ ਕਿਵੇਂ ਲੱਗਦਾ ਹੈ ਝਾੜੂ ਬਿਨਾਂ ਤਾਂ ਕਹਿੰਦੇ ਸਵਾਣੀਆਂ ਦਾ ਘਰਾਂ 'ਚ ਸਰਦਾ ਹੀ ਨਹੀਂਗਾ? ਦੇਖੋ, ਅਗਰ ਆਪਾਂ ਗੱਲ ਕਰੀਏ, ਜਿਵੇਂ ਕੇਜਰੀਵਾਲ ਜੀ ਨੇ ਉੱਥੇ ਕੀ ਕਹਿੰਦੇ ਡਾਲੀ ਕੰਮ ਕੀਤਾ, ਹੁਣ ਅੱਜ ਉਹ ਇੱਥੇ ਵੀ ਵਾਅਦਾ ਕਰ ਰਹੇ ਨੇ ਕਿ ਆਪਾਂ 1000 ਰੁਪਇਆ ਦੇਵਾਂਗੇ, ਆਪਾਂ 2000 ਰੁਪਇਆ ਦੇਵਾਂਗੇ। ਮੈਨੂੰ ਇਹ ਦੱਸੋ, ਕੋਈ 1000 ਰੁਪਏ ਦੇ ਨਾਲ ਘਰ ਦਾ ਕੰਮ ਕਰ ਸਕਦਾ? ਕੋਈ 2000 ਰੁਪਏ ਦੇ ਨਾਲ ਇੱਕ ਲੇਡੀ ਘਰ ਦਾ ਗੁਜ਼ਾਰਾ ਕਰ ਸਕਦੀ? ਤੁਹਾਨੂੰ ਲੋੜ ਨਹੀਂ 1000 ਰੁਪਇਆ ਜੇ ਦਿੰਦੇ ਆ ਤਾਂ। ਕਿਉਂ? ਇਹ ਤੋਂ ਬੈਟਰ ਆਪਾਂ ਮੇਰੇ ਖਿਆਲ ਨਾਲ ਉਹਨਾਂ ਨੂੰ ਰੋਜ਼ਗਾਰ ਦਈਏ ਕਿ ਉਹ ਆਪਣੀ ਮਿਹਨਤ ਦੇ ਨਾਲ ਆਪਣਾ ਪੈਸਾ ਕਮਾਉਣ, ਆਪਣੇ ਘਰ ਨੂੰ ਵਧੀਆ ਤਰੀਕੇ ਨਾਲ। 1000 ਰੁਪਇਆ ਹੁੰਦਾ ਕੀ ਹੈ? ਇੱਕ ਗਰੀਬ ਬੰਦੇ ਲਈ ਵੀ ਅੱਜ ਦੀ ਰੇਟ ਦੇ ਵਿੱਚ 1000 ਰੁਪਇਆ ਕੁਛ ਨਹੀਂ ਹੈ। ਜਿਸ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੋਊਗਾ। ਕੀ ਫਾਇਦਾ ਹੋਏਗਾ? ਅੱਜ 1000 ਰੁਪਇਆ ਵੀ ਇੱਕ ਮਤਲਬ 500 ਦੇ ਆਪਾਂ ਕਹਿ ਦਈਏ 2 ਨੋਟ। ਜਿਵੇਂ ਸਿੱਧੂ ਸਾਹਿਬ ਨੇ ਕਹਿਤਾ ਕੁੜੀਆਂ ਨੂੰ ਸਕੂਟੀਆਂ ਦੇ ਦੇਾਂਗੇ 5-5000 ਰੁਪਇਆ। ਦੇਖੋ ਜੀ, ਇਹ ਸਭ ਇੱਕ ਵਾਅਦੇ ਨੇ। ਜਦ ਇਹ ਵਾਅਦੇ ਪੂਰੇ ਹੋ ਜਾਣਗੇ ਨਾ, ਤੁਸੀਂ ਵਾਪਸ ਮੇਰੇ ਕੋਲ ਆ ਜਿਓ, ਮੇਰੀ ਇੰਟਰਵਿਊ ਤੁਸੀਂ ਪਰਸਨਲੀ ਲੈ ਲਿਓ, ਫਿਰ ਮੈਂ ਦੇਖੂੰਗੀ ਇਹ ਕੀ ਕਰਦੇ ਕੀ ਨਹੀਂ ਕਰਦੇ। ਇਹਨਾਂ ਨੇ ਤਾਂ ਮੋਬਾਈਲ ਫੋਨ ਵੀ ਵੰਡਣੇ ਸੀ, ਆਨਲਾਈਨ ਕਲਾਸਾਂ ਹੋਈਆਂ, ਇਹਨਾਂ ਨੇ ਤਾਂ ਤਦ ਵੀ ਮੋਬਾਈਲ ਫੋਨ ਦੇਣੇ ਸੀ। ਕਾਂਗਰਸ ਸਰਕਾਰ ਨੇ ਕੀ ਆਇਆ? ਕੁਛ ਵੀ ਨਹੀਂ। ਲੋਕੀ ਦੇਖੋ ਆਨਲਾਈਨ ਕਲਾਸਾਂ ਲਈ ਤੜਪ ਰਹੇ ਨੇ। ਪੰਜਾਬ ਗਵਰਨਮੈਂਟ ਸਕੂਲ, ਕਿੰਨਾ ਬੁਰਾ ਹਾਲ ਹੈ ਉਹਨਾਂ ਦਾ। ਕੀ ਉਹਨਾਂ ਕੋਲ ਇੱਕ ਕੀ ਕਹਿੰਦੇ ਨਾ ਵਾਈਫਾਈ ਦੀ ਪ੍ਰੋਵੀਜ਼ਨ, ਨਾ ਉਹਨਾਂ ਕੋਲ ਫੋਨ, ਕਿੱਥੇ ਉਹ ਆਨਲਾਈਨ ਕਲਾਸਾਂ ਲੈ ਲੈਣਗੇ? ਫੀਸਾਂ ਲੈਣ ਲਈ ਤਾਂ ਸਾਰੇ ਤਿਆਰ ਨੇ। ਫੀਸਾਂ ਤਾਂ ਚਲੋ ਪਹਿਲਾਂ ਖੁੱਲਣੇ ਚਾਹੀਦੇ, ਤੁਹਾਨੂੰ ਲੱਗਦਾ? ਦੇਖੋ, ਸਕੂਲ ਖੁੱਲਣੇ ਚਾਹੀਦੇ ਨੇ, ਆਪਾਂ ਇਸ ਚੀਜ਼ ਤੋਂ ਰਿਗਰੈਟ ਨਹੀਂ ਕਰ ਸਕਦੇ। ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਚੁੱਕਾ। ਸਕੂਲ ਖੁੱਲਣਗੇ, ਆਪਣੇ ਪ੍ਰੋਟੋਕੋਲ ਨੂੰ ਨਿਭਾਉਣ, ਸਕੂਲ ਵਾਲੇ ਪ੍ਰੋਟੋਕੋਲ ਨਿਭਾਉਣ, ਸਕੂਲ ਬੁਲਾਉਣ। ਐਟਲੀਸਟ ਤੁਹਾਡੀ ਜਿਹੜੀ ਹਾਇਰ ਕਲਾਸਿਸ ਨੇ ਉਹਨਾਂ ਨੂੰ ਤਾਂ ਓਪਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਕੰਟਰੀ ਦਾ ਫਿਊਚਰ ਅੱਜ ਦੀ ਡੇਟ ਦੇ ਵਿੱਚ ਖਰਾਬ ਹੋ ਰਿਹਾ। ਭਗਵੰਤ ਮਾਨ ਬਾਰੇ ਕੀ ਸੋਚਦੇ ਹੋ? ਭਗਵੰਤ ਮਾਨ ਕਿਹਾ ਜਾ ਰਿਹਾ ਹੈ CM ਚਿਹਰਾ ਨੇ, ਵੱਡਾ ਚਿਹਰਾ ਨੇ। ਦੇਖੋ, ਪਹਿਲਾਂ ਇਹਨਾਂ ਨੇ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਸਬਜ਼ੀ ਲੈਣ ਜਾਂਦੇ ਹਾਂ ਨਾ, ਤੇ ਆਪਾਂ ਨੂੰ ਬਹੁਤ ਸਾਰੀਆਂ ਸਬਜ਼ੀਆਂ ਨਜ਼ਰ ਆਉਂਦੀਆਂ ਸਾਹਮਣੇ, ਅਸੀਂ ਬੜੀ ਵਧੀਆ ਸਬਜ਼ੀ ਚੱਕਦੇ ਹਾਂ। ਉਹ ਫਿਰ ਕੀ ਹੁੰਦਾ, ਅਸੀਂ ਦੇਖਦੇ ਸਬਜ਼ੀ ਵਿਕ ਜਾਂਦੀ ਹੈ, ਫਿਰ ਉਹ ਪਿੱਛੇ ਰਹਿ ਜਾਂਦਾ, ਆਪਦੇ ਵਾਲਾ ਸਮਾਨ ਥੋੜ੍ਹਾ ਜਿਹਾ ਵੀ ਹਲਕਾ ਜਿਹਾ ਸਮਾਨ ਰਹਿ ਜਾਂਦਾ, ਫਿਰ ਉਹ ਚੱਕ ਲੈਂਦੇ ਹਾਂ ਅਸੀਂ ਮਜਬੂਰੀ 'ਚ। ਤੇ ਭਗਵੰਤ ਮਾਨ ਨੇ ਜੇ ਕੰਮ ਇਹਨਾਂ ਵਾਸਤੇ ਕੀਤਾ ਸੀ, ਝਾੜੂ ਵਾਸਤੇ, ਅੱਜ ਜੇ ਮੈਂ ਸਮਝਦਾ ਜੇ ਆਮ ਆਦਮੀ ਪਾਰਟੀ ਜੇ ਕੋਈ ਕਿਤੇ ਨਾਮ ਹੈਗਾ ਤੇ ਭਗਵੰਤ ਮਾਨ ਨੇ ਉਹਦੇ ਵਾਸਤੇ ਮਿਹਨਤ ਕੀਤੀ, ਤੇ ਤੁਸੀਂ ਪਹਿਲਾਂ ਹੀ ਚੱਕ ਲੈਂਦੇ ਯਾਰ। ਤੁਸੀਂ ਇੱਧਰ ਉੱਧਰ ਲੱਭੋ ਜੀ, ਫਲਾਣੇ ਨੂੰ ਅੱਜ ਪਤਾ ਲੱਗ ਰਿਹਾ ਫਲਾਣਾ CM, ਉਹਨੂੰ ਲਿਆ ਰਹੇ ਆ ਜੀ, ਅੱਜ ਫਲਾਣੇ ਨੂੰ CM ਲਿਆ ਰਹੇ ਆ, ਅਸੀਂ ਸਿੱਖ ਬੰਦਾ ਲਿਆਵਾਂਗੇ, ਅਸੀਂ ਮਸ਼ਹੂਰ ਬੰਦਾ ਲਿਆਵਾਂਗੇ, ਤੇ ਲਿਆਉਣਾ ਭਗਵੰਤ ਮਾਨ ਹੀ ਸੀ, ਪਹਿਲਾਂ ਹੀ ਲੈ ਆਉਂਦੇ। ਫਿਰ ਇਹ ਬੈਂਸ ਸਾਹਿਬ ਦੀ ਯਾਰੀ ਕਿਉਂ ਟੁੱਟ ਗਈ ਫਿਰ ਇਹਨਾਂ ਨਾਲ? ਨਹੀਂ, ਬੈਂਸ ਸਾਹਿਬ ਦੀ ਯਾਰੀ ਮੈਂ ਤਾਂ ਤੁਹਾਨੂੰ ਦੱਸ ਕੇ ਹਟਿਆ, ਪਾਣੀ ਕਰਕੇ। ਪਾਣੀਆਂ ਦਾ ਰੌਲਾ ਦੇਖੋ, ਤੁਹਾਨੂੰ ਨਹੀਂ ਲੱਗਦਾ ਸੀਗਾ ਅੱਜ ਜੇ ਕਿਤੇ ਨਾਲ ਹੁੰਦੇ, ਜਿਵੇਂ ਕਹਿੰਦੇ ਆ ਹਵਾ ਚੱਲ ਰਹੀ ਹੈ, ਤੁਸੀਂ ਨਾਲ ਹੁੰਦੇ ਹੋ ਹਵਾ ਦੇ ਵਿੱਚ? ਨਹੀਂ, ਦੇਖੋ ਹਵਾ ਦੇ ਤੁਹਾਡੇ ਹਲਕੇ 'ਚ ਹੈਗੀ ਹੈ ਹਵਾ? ਕੋਈ ਹਵਾ ਨਹੀਂ ਸਾਡੇ ਹਲਕੇ ਦੇ ਵਿੱਚ, ਤਾਂ ਵਿਰੋਧ ਹੋ ਰਿਹਾ। ਵਿਰੋਧ ਹੈ? ਜਿੱਥੇ ਇਹਨਾਂ ਦਾ ਕੈਂਡੀਡੇਟ ਜਾਂਦਾ ਉਸ ਪਿੰਡਾਂ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ। ਲੋਕੀ ਗੁੱਟ ਤੋਂ ਫੜ ਕੇ ਇਹਨਾਂ ਨੂੰ ਸਵਾਲ ਕਰਦੇ, ਤੁਸੀਂ ਵੀਡੀਓ ਦੇਖ ਲਿਓ, ਤੁਹਾਡੇ ਚੈਨਲ ਤੇ ਵੀ ਸ਼ਾਇਦ ਚੱਲੀ ਆ, ਉਹਦੇ 'ਚ ਸਵਾਲ ਕਰਦੇ ਵੀ ਭਾਈ ਸਾਹਿਬ ਅਸੀਂ ਤੁਹਾਡੇ ਲਈ ਬੂਥ ਲਾਏ, ਅਸੀਂ ਤੁਹਾਡੇ ਲਈ ਪਰਚੇ ਕਰਾਏ, ਉਸ ਤੋਂ ਬਾਅਦ ਆਪੋਜੀਸ਼ਨ 'ਚ ਰਹੇ, ਤੇ 5 ਸਾਲ ਸਾਡੇ ਤੇ ਦੂਜੇ ਪਾਰਟੀਆਂ ਨੇ, ਸਰਮਾਏਦਾਰ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਨੇ ਪਰਚੇ ਕਰਾਏ, ਤੇ ਤੁਸੀਂ ਸਾਡੇ ਨਾਲ ਕਿਉਂ ਨਹੀਂ ਖੜੇ? ਤੁਸੀਂ 5 ਸਾਲ ਧੰਨਵਾਦ ਪਿੰਡਾਂ ਦੇ ਵਿੱਚ ਕਿਉਂ ਨਹੀਂ ਕਰਨਾ? ਜੇ ਤੁਸੀਂ ਦੂਜੇ ਨੰਬਰ ਤੇ ਆਏ ਹੋ, ਤੁਸੀਂ ਕਿਉਂ ਨਹੀਂ ਧੰਨਵਾਦ ਕਰਨਾ? ਤੁਸੀਂ ਹਾਰ ਜਿੱਤ ਤਾਂ ਬਣੀ ਹੈ, ਇੱਕ ਬੰਦੇ ਨੇ ਜਿੱਤਣਾ ਤੇ ਬਾਕੀਆਂ ਨੇ ਹਾਰਨਾ, ਪਰ ਤੁਸੀਂ ਜਿਹੜੇ ਬੰਦੇ ਨੇ ਤੁਹਾਨੂੰ ਵੋਟ ਪਾਈ ਹੈ, ਜਿਹੜੇ ਪਿੰਡਾਂ 'ਚ ਤੁਹਾਨੂੰ ਵੋਟ ਪਈ ਆ, ਤੁਸੀਂ ਉਹਨਾਂ ਦਾ ਧੰਨਵਾਦ ਤਾਂ ਇੱਕ ਵਾਰ ਕਰਨ ਜਾ ਸਕਦੇ ਸੀ, ਪਰ ਆਪਾਂ ਉਹ ਵੀ ਨਹੀਂ ਕਰਨਗੇ। ਇਸ ਕਰਕੇ ਪਿੰਡਾਂ ਦੇ ਵਿੱਚ ਵਿਰੋਧ ਮੇਰੇ ਹਲਕੇ ਦੇ ਵਿੱਚ ਇਹਨਾਂ ਦੇ ਕੈਂਡੀਡੇਟ ਦਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ। ਹਵਾ ਹੁਵਾ ਵਾਲੀ ਇਹਨਾਂ ਦੀ ਕੋਈ ਗੱਲ ਨਹੀਂ, ਹਵਾ ਲੋਕਾਂ ਨੇ ਕੱਢ ਦਿੱਤੀ। ਮੁਕਾਬਲਾ ਕਿਹਦੇ ਨਾਲ ਹੈ? ਦੇਖੋ, ਮੁਕਾਬਲਾ ਸਾਰਿਆਂ ਨਾਲ ਹੀ ਹੁੰਦਾ ਮੈਂ ਸਮਝਦਾ। ਜੋ ਮੈਦਾਨ 'ਚ ਉਤਰਦੇ ਆ, ਸਟਰੋਂਗ ਕੌਣ ਲੱਗ ਰਿਹਾ? ਵੈਦ ਸਾਹਿਬ, ਸ਼ਿਵਾਲਕ ਸਾਹਿਬ? ਮੈਂ ਤਾਂ ਆਪਣੇ ਆਪ ਨੂੰ ਸਟਰੋਂਗ ਮੰਨਦਾ। ਸੰਗੋਵਾਲ ਸਾਹਿਬ? ਮੈਂ ਤਾਂ ਆਪਣੇ ਆਪ ਨੂੰ ਸਟਰੋਂਗ ਮੰਨਦਾ, ਕਿਉਂਕਿ ਮੈਂ ਲੋਕਾਂ ਲਈ ਕੰਮ ਕੀਤੇ, ਲੋਕਾਂ ਦੇ ਸੰਘਰਸ਼ਾਂ ਦੀ ਲੜਾਈ ਲੜੀ ਆ। ਸੋ ਲੋਕੀ ਸਨੀ ਕੈਂਸ ਨੂੰ ਚਾਹੁੰਦੇ ਆ
ਔਰ ਲੋਕੀ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਚਾਹੁੰਦੇ ਆ। ਅੱਜ ਜੇ ਇਹਨਾਂ ਨੂੰ ਛੱਡਣ ਦਾ ਕਾਰਨ ਤੁਸੀਂ ਪੁੱਛਿਆ ਸੀ, ਛੱਡਣ ਦਾ ਕਾਰਨ ਸਭ ਤੋਂ ਵੱਡਾ ਕਾਰਨ ਆ ਜਿਹੜਾ ਇਹਨਾਂ ਨੇ ਮਾਫੀ ਮੰਗੀ ਆ। ਪਹਿਲਾਂ ਰੌਲਾ ਪਾਉਂਦੇ ਰਹੇ ਆ ਵੀ ਨਸ਼ਾ ਕੌਣ ਵੇਚਦਾ ਰਿਹਾ, ਪਹਿਲਾਂ ਉਹਨਾਂ ਦਾ ਨਾਂ ਲੈ ਕੇ ਇਹਨਾਂ ਨੇ ਰੌਲਾ ਪਾਇਆ ਸਾਰੇ ਪੰਜਾਬ ਦੇ ਵਿੱਚ ਵੀ ਅਸੀਂ ਸਾਡੀ ਸਰਕਾਰ ਬਣੂਗੀ, ਚੱਕ ਕੇ ਅੰਦਰ ਦੇਵਾਂਗੇ, ਅਸੀਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਅਤੇ ਉਸ ਤੋਂ ਬਾਅਦ ਮਾਫੀ ਮੰਗੇ। ਅਤੇ ਫਿਰ ਇਸ ਤੋਂ ਬਾਅਦ ਫਿਰ ਸਾਡੇ ਵਰਗੀ ਜਿਹੜੇ ਅਸੀਂ ਲੋਕ ਆ, ਅਸੀਂ ਬੜੇ ਮਾਰਸ਼ਲ ਕੌਮ ਹੈਗੀ ਆ। ਸਾਡੀ ਜਿਹੜੀ ਪਾਰਟੀ ਦੇ ਵਿੱਚ ਜਿਹੜੇ ਬੰਦੇ ਬੈਠੇ ਆ, ਅਸੀਂ ਜੇ ਵਾਅਦਾ ਕੋਈ ਕਰਦੇ ਆ ਅਤੇ ਅਸੀਂ ਇਹਨੂੰ ਪੂਰਾ ਕਰਦੇ ਹਾਂ। ਜੇ ਕੇਜਰੀਵਾਲ ਸਾਹਿਬ ਨਾਲ ਅਸੀਂ ਕੋਈ ਵਾਅਦਾ ਕੀਤਾ ਸੀ ਅਤੇ ਉਹਨਾਂ ਨੇ ਸਾਡੇ ਨਾਲ ਜੇ ਕੀਤਾ ਸੀ ਤਾਂ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਸੀ। ਉਹਨਾਂ ਨੇ ਸਾਡਾ ਮੋਢਾ ਵਰਤ ਕੇ ਇੱਥੇ ਲੁਧਿਆਣੇ ਦੇ ਵਿੱਚ ਜਾਂ ਆਸ-ਪਾਸ ਬੈਂਸ ਸਾਹਿਬ ਦਾ ਚਿਹਰਾ ਦਿਖਾ ਕੇ 2017 'ਚ ਇਲੈਕਸ਼ਨ ਲੜੀ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਪੰਜਾਬ ਦੀ ਗੱਲ ਕਰੀ ਆ ਵੀ ਸਾਡੇ ਜਿਹੜਾ ਪੰਜਾਬ ਦਾ ਪਾਣੀਆਂ ਦਾ ਥੋੜ੍ਹਾ ਜਿਹਾ ਪੈਸਾ ਤੁਹਾਨੂੰ ਤੁਹਾਡੇ ਵੱਲੋਂ ਬਣਦਾ, ਜੇ ਤੁਸੀਂ ਦਿੰਦੇ ਹੋ ਤਾਂ ਸਾਡਾ ਰਾਹ ਖੁੱਲ੍ਹ ਜਾਂਦਾ, ਅਸੀਂ ਫਿਰ ਰਾਜਸਥਾਨ ਦਾ ਗਲਾਵਾਂ ਫੜ ਸਕਦੇ ਹਾਂ ਜਾ ਕੇ ਵੀ ਲਿਆਓ ਵੀ ਦਿੱਲੀ ਨੇ ਪੈਸੇ ਦੇਣੇ ਸ਼ੁਰੂ ਕਰਦੇ ਵੀ ਤੁਸੀਂ ਵੀ ਦਿਓ। ਪਰ ਉੱਥੇ ਜਾ ਕੇ ਕੇਜਰੀਵਾਲ ਸਾਹਿਬ ਪੰਜਾਬ ਲਈ ਅਵੇਸਲੇ ਹੋ ਜਾਂਦੇ ਆ। ਸੋ ਇਹ ਉੱਥੇ ਬਹਿ ਕੇ ਦਿੱਲੀ ਬਹਿ ਕੇ ਪੰਜਾਬ ਵਾਸਤੇ ਕੁਝ ਹੋਰ ਹੈ। ਦਿੱਲੀ ਬਹਿ ਕੇ ਇਹਨਾਂ ਨੂੰ ਪਰਾਲੀ ਦਾ ਧੂੰਆਂ ਵੀ ਉੱਥੇ ਜਾਂਦਾ ਇਹਨਾਂ ਦੇ ਦਿੱਲੀ ਤੱਕ, ਤੇ ਪੰਜਾਬ ਜਾ ਕੇ ਗੱਲ ਕੋਈ ਹੋਰ ਕਰਦੇ ਆ। ਸੋ ਇਹ ਬਲੱਫ ਆ। ਇੱਕ ਆਖਰੀ ਸੈਗਮੈਂਟ ਦੇ ਵਿੱਚ ਤੁਹਾਨੂੰ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦਾ। ਬੈਂਸ ਸਾਹਿਬ ਤੋਂ ਇਲਾਵਾ ਹੋਰ ਕਿਹੜਾ ਪੋਲੀਟੀਸ਼ੀਅਨ ਚੰਗਾ ਲੱਗਦਾ ਤੁਹਾਨੂੰ? ਸਨੀ ਕੈਂਥ। ਇਹ ਤਾਂ ਘਰ ਦੀ ਘਰੇ ਰਹਿ ਘਰ ਗਈ। ਦੀ ਗੱਲ ਨਹੀਂ, ਜੇ ਪਰਸਨਲੀ ਇਹ ਮਤਲਬ ਮੇਰੇ ਨਾਲ ਵੀ ਨਾ ਹੁੰਦੇ ਜਾਂ ਮੇਰੇ ਹਸਬੰਡ ਵੀ ਨਾ ਹੁੰਦੇ ਤਦ ਵੀ ਸਨੀ। ਫਿਰ ਤੁਸੀਂ ਫੈਨ ਹੋ ਜਾਣਾ ਸੀ ਇਹਨਾਂ ਦਾ। ਮੈਨੂੰ ਤਾਂ ਵੈਸੇ ਵੀ ਧੱਗੜ ਬੰਦੇ ਪਸੰਦ ਆ ਭਾਈ, ਜਿਹੜਾ ਬੰਦਾ ਠੋਕ ਕੇ ਕੰਮ ਕਰਦਾ ਨਾ ਮੈਨੂੰ ਉਹੀ ਪਸੰਦ ਆ। ਤਾਂ ਇਹ ਜਾ ਕੇ ਲੜ ਪੈਂਦੇ ਆ ਲੋਕਾਂ ਦੇ ਨਾਲ। ਤੇ ਮੈਂ ਵੀ ਲੜ ਲੂੰਗੀ। ਤੁਸੀਂ ਵੀ ਲੜ ਲਓਗੇ? ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਡਰਦੀ ਨਹੀਂ। ਤੁਹਾਡੀ ਪਾਰਟੀ ਤੋਂ ਇਲਾਵਾ ਕੌਣ ਪਸੰਦ ਹੈ? ਇਹ ਤਾਂ ਤੁਸੀਂ ਘਰ ਦੀ ਘਰੇ ਰੱਖਤੀ ਹੁਣ। ਮੈਨੂੰ ਹੁਣ ਤੱਕ ਤਾਂ ਦੇਖੋ, ਜੇ ਆਪਣੇ ਹਲਕੇ ਦੀ ਗੱਲ ਕਰੀਏ, ਸ਼ਿਵਾਲਿਕ ਜੀ ਦੇ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ, ਵੈਦ ਜੀ ਦੇ ਬਾਰੇ ਮੈਨੂੰ ਨੌਲੇਜ ਹੈਗੀ ਆ, ਬਟ ਮੈਨੂੰ ਉਹਨਾਂ ਦਾ ਵੀ ਕੰਮ ਬਿਲਕੁਲ ਵੀ ਪਸੰਦ ਨਹੀਂ ਆਇਆ। ਜਿਵੇਂ ਮੈਨੂੰ ਜਿਸ ਤਰੀਕੇ ਦੇ ਨਾਲ ਕੀ ਕਹਿੰਦੇ ਆ ਫੋਨਸ ਆਉਂਦੇ ਨੇ, ਫੋਨ ਕਾਲਸ ਆਉਂਦੇ ਨੇ ਕਈਆਂ ਦੇ ਕਿ ਇਹਦਾ ਫਲਾਣਾ ਕੰਮ ਸਾਡਾ ਅੜ ਗਿਆ, ਤੁਸੀਂ ਸਨੀ ਭਾਜੀ ਨੂੰ ਕਹਿ ਕੇ ਕਰਵਾ ਦਿਓ ਜੀ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਦੀ ਆਵਾਜ਼ ਤਾਂ ਬਹੁਤ ਜ਼ਿਆਦਾ ਹੈਗੀ ਆ। ਤੇ ਬੈਂਸ ਭਾਜੀ ਤੋਂ ਬਾਅਦ ਤਾਂ ਮੈਂ ਇਹਨਾਂ ਨੂੰ ਹੀ ਦੂਜਾ ਨੰਬਰ। ਜੇ ਪੰਜਾਬ ਲੈਵਲ ਦੀ ਗੱਲ ਕਰਾਂ, 3 ਨਾਮ ਲੈ ਰਹੇ, ਇਹਨਾਂ ਚੋਂ ਸਭ ਤੋਂ ਮਾੜਾ ਪੋਲੀਟੀਸ਼ੀਅਨ ਤੁਹਾਨੂੰ ਕਿਹੜਾ ਲੱਗਦਾ ਹੈ? ਨਵਜੋਤ ਸਿੱਧੂ, ਭਗਵੰਤ ਮਾਨ, ਚਰਨਜੀਤ ਸਿੰਘ ਚੰਨੀ। ਤਿੰਨਾਂ ਚੋਂ ਸਭ ਤੋਂ ਮਾੜਾ ਕੌਣ ਲੱਗਦਾ? ਦੇਖੋ ਜੀ, ਮੈਂ ਕਹੂੰਗੀ ਤੇ ਭਗਵੰਤ ਮਾਨ ਮਾੜੇ ਲੱਗਦੇ ਆ। ਹਾਂਜੀ। ਉਹਦਾ ਕਾਰਨ ਦੱਸੋ ਤੁਸੀਂ। ਉਹਦਾ ਕਾਰਨ ਇਹ ਹੈ ਕਿ ਦੇਖੋ, ਮੈਨੂੰ ਤਾਂ ਕੀ ਕਹਿੰਦੇ ਆਪਾਂ ਕਹਿ ਦਈਏ ਕਿ ਇੰਨਾ ਤਾਂ ਨਜ਼ਰ ਆਏ ਨਹੀਂ ਕਿ ਉਹਨਾਂ ਨੇ ਕੀ ਕੰਮ ਕੀਤਾ ਕੀ ਨਹੀਂ। ਪੰਜਾਬ ਵਾਸਤੇ ਉਹਨਾਂ ਨੇ ਜ਼ਰੂਰ ਕੀਤਾ ਹੋਏਗਾ, ਅਤੇ ਐਂਡ ਮੌਕੇ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਐਜ਼ ਅ CM ਫੇਸ ਲੈ ਕੇ ਆਏ ਨੇ। ਬਟ ਮੈਨੂੰ ਨਹੀਂ ਲੱਗਦਾ ਕਿ ਉਹਦਾ ਅਸਰ ਕੋਈ ਆਮ ਆਦਮੀ ਪਾਰਟੀ ਦੇ ਉੱਤੇ ਪਏਗਾ ਕਿ ਹਾਂ ਵੀ ਆਮ ਆਦਮੀ ਪਾਰਟੀ ਐਜ਼ ਅ CM ਜਾਂ ਐਜ਼ ਅ ਕੀ ਕਹਿੰਦੇ ਆ ਬਣਨਗੇ। ਤੁਹਾਨੂੰ ਲੱਗਦਾ ਨਹੀਂ? ਨਹੀਂ ਬਣਨਗੇ। ਔਰ ਇਹਨਾਂ ਤਿੰਨਾਂ ਚੋਂ ਚੰਗਾ ਕਿਹੜਾ ਲੱਗਦਾ ਜੀ ਸਭ ਤੋਂ? ਨਵਜੋਤ ਸਿੱਧੂ, ਚੰਨੀ ਜੀ। ਉਹਨਾਂ ਨੇ ਜੋ ਮਤਲਬ ਕੁਛ ਲਾਸਟ ਟਾਈਮ ਪੀਰੀਅਡ ਦੇ ਵਿੱਚ ਜੋ ਵੀ ਆਪਣੇ ਕਾਲ ਦੇ ਵਿੱਚ ਕੀਤਾ, that is valuable, something is there, some spark is there। ਪਰ ਤੁਸੀਂ ਕਹਿ ਰਹੇ ਹੋ ਕਿ ਵੈਦ ਸਾਹਿਬ ਨੇ ਕੁਝ ਨਹੀਂ ਕੀਤਾ। ਉਹਨਾਂ ਨੇ ਕੁਝ ਚੰਨੀ ਜੀ ਕਹਿੰਦੇ ਠੀਕ ਨੇ, ਪਰ ਵੈਦ ਸਾਹਿਬ ਨੇ ਕੁਝ ਨਹੀਂ ਕੀਤਾ। ਦੇਖੋ ਉਹਦੇ 'ਚ ਮੈਂ ਕਾਰਨ ਦੱਸਦਾ ਕੀ ਹੈ। 2017 ਦੇ ਵਿੱਚ ਇਲੈਕਸ਼ਨ ਲੜਨ ਤੋਂ ਪਹਿਲਾਂ ਮੈਂ ਵੀ ਟਿਕਟ ਮੰਗ ਰਿਹਾ ਸੀ ਇੱਥੋਂ, ਉਹ ਮੈਂ ਕਾਂਗਰਸ ਪਾਰਟੀ 'ਚ ਹੁੰਦਾ ਸੀ, ਅਤੇ ਮੈਨੂੰ ਇਹਨਾਂ ਨੇ ਦਿੱਤੀ ਨਹੀਂ ਟਿਕਟ। ਅਤੇ ਉਸ ਤੋਂ ਬਾਅਦ ਮੈਂ ਕੁਦਰਤੀ ਬਿਮਾਰ ਹੋ ਗਿਆ, ਡੇਂਗੂ ਹੋ ਗਿਆ ਮੈਨੂੰ ਵਾਈਲ ਇਲੈਕਸ਼ਨ। ਮੈਂ DMC ਦੇ ਵਿੱਚ ਦਾਖਲ ਸੀ, ਮੈਂ ਅਤੇ ਮੇਰੀ ਵਾਈਫ ਉੱਥੇ ਸਾਡੇ ਕੋਲ ਰੂਮ ਮੈਂ ਪ੍ਰਾਈਵੇਟ ਲਿਆ ਹੋਇਆ ਸੀ। ਵੈਦ ਸਾਹਿਬ ਉੱਥੇ ਆ ਜਾਂਦੇ ਸਾਡੇ ਕੋਲ ਵੀ ਸਨੀ ਤੇਰੀ ਮੈਨੂੰ ਬਹੁਤ ਸਪੋਰਟ ਦੀ ਲੋੜ ਹੈ, ਤੇਰੇ ਬਿਨਾਂ ਮੈਂ ਹਲਕਾ ਨਹੀਂ ਜਿੱਤ ਸਕਦਾ, ਮੈਨੂੰ ਤੂੰ ਭਰਾਵਾ ਮੈਨੂੰ ਧੱਕੇ ਨਾਲ ਟਿਕਟ ਦਿੱਤੀ ਇਹ ਉਹ ਸਾਰਾ ਕੁਛ ਕਰ ਕੇ। ਮੈਂ ਕਿਹਾ ਜੀ ਮੈਂ ਇੱਕ ਐਜ਼ ਆ ਵਰਕਰ ਕੰਮ ਕੀਤਾ ਪਾਰਟੀ ਦੇ ਵਿੱਚ, ਪਾਰਟੀ ਬਾਂਹ ਫੜੂਗੀ ਠੀਕ ਆ, ਤੇ ਲੋਕਾਂ ਦੇ ਮੁੱਦੇ ਚੱਕੂਗੇ, ਅਸੀਂ ਲੋਕਾਂ ਦੇ ਮੁੱਦੇ, ਸਾਡਾ ਕੰਮ ਮੇਰਾ ਕੰਮ ਕੀ ਹੈ? ਲੋਕਾਂ ਦੀ ਲੜਾਈ। ਲੋਕੀ ਮੈਨੂੰ ਇੱਥੇ ਤੱਕ ਲੈ ਕੇ ਆਏ। ਜੇ ਕਾਂਗਰਸ ਦੇ ਵਿੱਚ ਮੈਂ ਕੰਮ ਕਰਦਾ ਸੀ, ਲੋਕੀ ਮੈਨੂੰ ਯੂਥ ਕਾਂਗਰਸ ਦੇ ਰਾਹੀਂ ਮੈਂ ਆਇਆ ਸੀਗਾ, ਲੋਕੀ ਇੱਕ ਮੈਨੂੰ ਅੱਗੇ ਲੈ ਕੇ ਆਏ ਸੀ। ਅਤੇ ਜੇ ਤੁਸੀਂ ਮੇਰੇ ਲੋਕਾਂ ਦੀ ਬਾਂਹ ਛੱਡੋਗੇ ਫਿਰ ਅਸੀਂ ਵੀ ਤੁਹਾਨੂੰ ਛੱਡ ਦਾਂਗੇ ਬਾਈ। ਮੈਂ ਫਿਰ ਮੈਨੂੰ ਉਸ ਤੋਂ ਬਾਅਦ ਮੇਰਾ ਚਲੋ ਇਹਨਾਂ ਨਾਲ ਚੰਗਾ ਸਹਿਚਾਰ ਹੋਇਆ। ਫਿਰ ਇਹ ਮੈਨੂੰ ਕਹਿੰਦੇ ਤੂੰ ਮੇਰਾ ਯਾਰ ਤੀਜਾ ਮੁੰਡਾ ਆ, 2 ਮੇਰੇ ਮੁੰਡੇ ਆ, ਤੀਜਾ ਮੁੰਡਾ ਮੇਰਾ ਤੂੰ ਆ। ਜੇ ਜਿੱਦਣ ਵੀ ਆਪਾਂ ਕੋਈ ਪਾਵਰ ਚਾਹੁੰਦੇ ਆ, ਸਰਕਾਰ ਆਪਣੀ ਬਣਦੀ ਆ, ਸਭ ਤੋਂ ਪਹਿਲਾਂ ਯਾਰ ਜਿਹੜੇ ਤੂੰ ਮੈਨੂੰ ਮਸਲੇ ਦੱਸੇ ਆ ਮੈਂ ਉਹ ਹੱਲ ਕਰਨੇ ਆ। ਹੋਇਆ ਨਹੀਂ? ਹੋਣਾ ਤਾਂ ਕੀ ਆ, ਪਹਿਲਾਂ ਫਿਰ ਜਦੋਂ ਤੀਜੇ ਮੁੰਡੇ ਦੀ ਗੱਲ ਆਉਂਦੀ ਆ ਫਿਰ ਇਲੈਕਸ਼ਨ ਨਿਕਲ ਜਾਂਦੀ ਆ, ਇਲੈਕਸ਼ਨ ਜਿੱਤ ਜਾਂਦੇ ਆ, ਅਤੇ ਫਿਰ ਜਦੋਂ ਮੈਂ ਗੱਲ ਆਪਣੇ ਬੰਦਿਆਂ ਦੀ ਲੈ ਕੇ ਆਉਣਾ ਫਿਰ ਇਹ ਕਹਿੰਦੇ ਹਾਲੇ ਟਾਈਮ ਹੈ ਨਹੀਂ ਸਾਡੇ ਕੋਲੇ। ਤੁਹਾਨੂੰ ਧੀ ਬਣਾ ਕੇ ਨਹੀਂ ਰੱਖਿਆ? ਨਹੀਂ ਜੀ, ਬਿਲਕੁਲ ਵੀ ਨਹੀਂ। ਇਹਨਾਂ ਨੇ ਮੈਨੂੰ ਕਿਹਾ ਕਿ ਇਹਦਾ ਕੀ ਕਹਿੰਦੇ ਆ ਵੈਦ ਜੀ ਖੜ ਰਹੇ ਨੇ MLA ਦੀ ਟਿਕਟ, ਅਤੇ ਆਪਾਂ ਤੂੰ ਵੀ ਸਾਥ ਦੇਣਾ ਉਹਨਾਂ ਦੀ ਮਿਸਿਸ ਦਾ। ਅਤੇ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ। ਮੈਂ ਕਿਹਾ ਨਹੀਂ, ਉਦੋਂ ਦੇਖੋ ਉਦੋਂ ਤਾਂ ਇਹ ਸੀਗੇ ਨਾ ਕਿ ਕਾਂਗਰਸ ਦੇ ਵਿੱਚ ਸੀਗੇ,
ਤੇ ਇਹਨਾਂ ਨੇ ਵੀ ਮੈਨੂੰ ਦੱਸਿਆ ਕਿ ਇਹਦਾ ਅਗਰ ਉਹ ਪਾਵਰ ਦੇ ਵਿੱਚ ਆ ਗਿਆ ਤੇ ਸਾਨੂੰ ਵੀ ਮਤਲਬ ਕੁਛ ਨਾ ਕੁਛ ਕੀ ਕਹਿੰਦੇ ਹਾਸਿਲ ਹੋ ਸਕਦਾ। ਮੈਂ ਕਿਹਾ ਚਲੋ ਦੇਖੋ ਤੁਹਾਡਾ ਸੁਪਨਾ ਹੈਗਾ ਇੱਕ, ਜੇ ਤੁਸੀਂ ਇਸ ਲਾਈਨ ਦੇ ਵਿੱਚ ਜਾਣਾ ਹੀ ਚਾਹੁੰਦੇ ਹੋ ਪੋਲਿਟਿਕਸ ਲਾਈਨ ਦੇ ਵਿੱਚ, ਤੇ ਮੈਂ ਤੁਹਾਡੇ ਸੁਪਨੇ ਨੂੰ ਕਦੀ ਐਂ ਤਾਂ ਨਹੀਂ ਕਹਿ ਸਕਦੀ ਕਿ ਮੈਂ ਨਹੀਂ ਚੱਲਣਾ ਤੁਹਾਡੇ ਨਾਲ, ਮੈਂ ਨਹੀਂ ਤੁਰਨਾ। ਤੇ ਇਹਨਾਂ ਨੇ ਜਿਵੇਂ ਜਿਵੇਂ ਮੈਨੂੰ ਕਿਹਾ ਮੈਂ ਉਸ ਤਰੀਕੇ ਨਾਲ ਸਪੋਰਟ ਕਰਦੀ ਰਹੀ। ਪਰ ਜਦੋਂ ਕਾਉਂਸਲਰ ਦੀ ਇਲੈਕਸ਼ਨਸ ਆਈਆਂ ਤੇ ਜਦੋਂ ਉਹਨਾਂ ਨੇ ਕਿਹਾ ਜੀ ਆਪਾਂ ਤਾਂ ਕਾਉਂਸਲਰ ਦੀ ਇਲੈਕਸ਼ਨ ਇਹਨਾਂ ਨੇ ਗਈ ਕਿ ਹਾਂ ਵੀ ਸਨੀ ਕੈਂਥ ਨੂੰ ਲੜਵਾ ਲਾਂਗੇ ਆਪਾਂ ਕਾਉਂਸਲਰ ਦੀ ਇਲੈਕਸ਼ਨ, ਤੇ ਉੱਥੇ ਵੀ ਇਹ ਜੀ ਧੋਖਾ ਦੇ ਗਏ। ਉੱਥੇ ਇਹਨਾਂ ਨੇ ਆਪਣੇ ਬੇਟੇ ਨੂੰ ਪਲਾਂਟ ਕਰਤਾ। ਤੇ ਫਿਰ ਰਿਜ਼ਰਵ ਤੁਸੀਂ ਕਰਦੇ ਸੀ? ਬਿਲਕੁਲ ਰਿਜ਼ਰਵ ਕਰਦੇ ਸੀਗੇ। ਦੇਖੋ ਗਰਾਊਂਡ ਤੇ ਪਤਾ ਸੀ ਸਾਰਿਆਂ ਨੂੰ ਦੇਖੋ ਜਿਹੜਾ ਵੀ ਉੱਥੇ ਕੀ ਸਾਡੀ ਮੇਰੀ ਇਮੇਜ ਕੀ ਸੀਗੀ, ਇਹਨਾਂ ਦਾ ਕੋਈ ਜਾਣਦਾ ਹੀ ਨਹੀਂ ਸੀ ਉੱਥੇ। ਇਹਨਾਂ ਨੂੰ ਮੈਂ ਉੱਥੇ ਲੈ ਕੇ ਗਿਆ, ਮੈਂ ਹੀ ਸਾਰੇ ਪਾਸੇ। ਮੈਨੂੰ ਇੰਨਾ ਪਤਾ 5 ਸਾਲਾਂ ਦੇ ਵਿੱਚ ਜਿੰਨਾ ਇਹਨੂੰ ਅਗਰ ਪੈਸਾ ਮਿਲਿਆ ਵੀ ਹੋਊਗਾ ਨਾ, ਇਹਨੇ ਸਿਰਫ ਆਪਣਾ ਇੱਕ ਲੱਕੀ ਕੈਫੇ ਜਿਹੜਾ ਇਹਨੇ ਖੋਲਿਆ ਆਪਣੇ ਘਰ ਦੇ ਕੋਲ, ਉਹਨੂੰ ਬਣਾਉਣ ਨੂੰ ਲਾਤਾ, ਜਿਹੜਾ ਚੱਲਦਾ ਵੀ ਨਹੀਂ, ਜਿੱਥੇ ਕੋਈ ਜਾ ਕੇ ਬੈਠ ਕੇ ਰਾਜੀ ਵੀ ਨਹੀਂ। ਉਹਨੇ ਲੋਕਾਂ ਦੇ ਉੱਤੇ ਪੈਸਾ ਨਹੀਂ ਲਾਇਆ, ਉਹਨੇ ਸਿਰਫ ਔਰ ਸਿਰਫ ਆਪਣੇ ਘਰ ਦੇ ਜਿਹੜੇ ਕੀ ਕਹਿੰਦੇ ਲੋਕਰ ਹੈ ਨਾ ਉਹ ਭਰੇ ਨੇ। ਜਾ ਕੇ ਖੋਲ ਕੇ ਦੇਖ ਲਓ, ਲੱਭ ਜੂਗਾ ਸਭ ਕੁਝ। ਵੱਡੇ ਦੋਸ਼ ਲਾ ਰਹੇ ਇਹ। ਆਖਰੀ ਸਵਾਲ ਹੈ ਕੈਂਥ ਸਾਹਿਬ, ਕਿਉਂ ਲੱਗਦਾ ਤੁਹਾਨੂੰ ਕਿ ਤੁਸੀਂ ਇਸ ਵਾਰੀ ਲੋਕ ਤੁਹਾਡੇ ਤੇ ਕਿਉਂ ਦਾ ਲਾਉਣਗੇ ਜੀ? ਕਿਉਂ ਕਿਸਮਤ ਤੁਹਾਡੀ ਅਜ਼ਮਾਈ ਜਾਊਗੀ? ਲੋਕੀ ਨੌਜਵਾਨ ਚਿਹਰੇ ਨੂੰ ਅੱਗੇ ਚਾਹੁੰਦੇ ਆ। ਲੋਕਾਂ ਨੇ ਸਾਰੇ ਦੇਖ ਲਏ ਜਿੰਨੇ ਅਧਖੜ ਉਮਰ ਵਾਲੇ ਸੀਗੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ। ਮੈਂ ਨਹੀਂ ਕਹਿੰਦਾ ਵੀ ਉਹ ਉਮਰ ਵੱਧ ਗਈ, ਉਹਨਾਂ ਦਾ ਐਕਸਪੀਰੀਅੰਸ ਹੋ ਸਕਦਾ, ਬਟ ਉਹਨਾਂ ਕੋਲੇ ਕੰਮ ਕਰਾਉਣ ਦਾ ਉਹਨਾਂ ਦਾ ਜਜ਼ਬਾ ਨਹੀਂ ਹੈਗਾ। ਨਾ ਉਹ ਭੱਜ ਨੱਠ ਕਰ ਸਕਦੇ ਆ, ਨਾ ਉਹ ਜੋ ਲੋਕੀ ਜਿਵੇਂ ਚਾਹੁੰਦੇ ਆ ਉੱਦਾਂ ਉਹ ਕਰ ਸਕਦੇ ਆ। ਕਿਉਂਕਿ ਮੈਂ ਤਿੰਨਾਂ ਦੀ ਗੱਲ ਕਰਦਾ। ਕਾਂਗਰਸ ਦੀ ਮੈਂ ਗੱਲ ਕਰ ਲੈਂਦਾ, ਉਹਨਾਂ ਨੇ ਦੇਖ ਲਿਆ 5 ਸਾਲ ਵੀ ਇਹ MLA ਸਾਹਿਬ ਨੇ ਆਪਦੀਆਂ ਜੇਬਾਂ ਭਰਨ ਤੱਕ ਜ਼ਿਆਦਾ ਜ਼ੋਰ ਲਾਇਆ। ਮੇਰੇ ਹਲਕੇ ਦੇ ਵਿੱਚ ਮੰਡੀਆਂ ਤੱਕ, ਜਿਹੜੀਆਂ ਮੰਡੀਆਂ ਦੀ ਵਸੂਲੀਆਂ ਤੱਕ ਜਿਹੜੀਆਂ ਇਹਨਾਂ ਦੇ ਘਰਾਂ 'ਚ ਜਾਂਦੀਆਂ ਰਹੀਆਂ ਨੇ। ਹੁਣ ਤੁਸੀਂ ਹੈਰਾਨ ਹੋ ਜਾਓਗੇ ਵੀ ਇੱਕ ਰੇਹੜੀ ਤੋਂ 500 ਰੁਪਏ ਤੱਕ, 150 ਤੱਕ, 300 ਰੁਪਏ ਤੱਕ ਇਹ ਰੇਹੜੀਆਂ ਤੋਂ ਉਹਨਾਂ ਦੇ ਘਰਾਂ 'ਚ ਜਾਂਦਾ ਰਿਹਾ। ਆ ਜਿਹੜੇ ਕਸਾਈ ਹੁੰਦੇ ਆ ਉਹਨਾਂ ਤੋਂ 50 ਰੁਪਏ ਇੱਕ ਦਿਨ ਦੇ ਉਹਨਾਂ ਦੇ ਘਰਾਂ 'ਚ ਜਾਂਦੇ ਰਹੇ। ਇਸ ਲੈਵਲ ਦੀ ਜਿਹੜੀ ਕਰਪਸ਼ਨ ਇਸ ਹਲਕੇ 'ਚ ਹੋਈ ਆ, ਔਰ ਲੋਕੀ ਇੰਨੇ ਹਤਾਸ਼ ਹੋਣ, ਇੰਨੇ ਪਰੇਸ਼ਾਨ। ਜੇ ਕੋਈ ਇਹਨਾਂ ਦੇ ਦਫ਼ਤਰ 'ਚ ਕੰਮ ਲੈ ਕੇ ਚਲੇ ਜਾਂਦਾ ਸੀ ਤਾਂ ਇਹਨਾਂ ਦੇ ਅੱਗੇ ਬੈਠੇ ਬੰਦੇ ਉਹ ਪੈਸਿਆਂ ਦੀ ਡਿਮਾਂਡ ਕਰਦੇ ਸੀ ਵੀ ਸਾਡੇ ਸਾਹਿਬ ਨੇ ਆਹ ਕੰਮ ਕੀਤਾ ਤੇ ਉਸ ਤੋਂ ਬਾਅਦ ਵਗਾਰ ਪਾ ਦੇ, ਉਹਨਾਂ ਨੂੰ ਕੀ ਪਾਉਣੀ ਹੈ। ਸੋ ਇਹ ਚੀਜ਼ ਤੋਂ ਲੋਕੀ ਇੰਨਾ ਕੁ ਪਰੇਸ਼ਾਨ ਹੋ ਚੁੱਕੇ ਸੀਗੇ। ਇਸ ਕਰਕੇ ਜੇ ਅੱਜ ਇਹਨਾਂ ਦੇ ਇਹ ਪਿੰਡ 'ਚ ਕਿਉਂ ਨਹੀਂ ਜਾਂਦੇ, ਅੱਜ ਵੈਦ ਸਾਹਿਬ ਕਿਉਂ ਨਹੀਂ ਪਿੰਡਾਂ 'ਚ ਜਾ ਰਹੇ? ਕਿਉਂਕਿ ਇਹਨਾਂ ਦਾ ਵਿਰੋਧ ਹੋ ਰਿਹਾ ਹਰ ਪਿੰਡ ਦੇ ਵਿੱਚ। ਜਿੱਥੇ ਇਹਨਾਂ ਦਾ ਬੇਟਾ ਜਾਂਦਾ ਉੱਥੇ ਵਿਰੋਧ ਹੁੰਦਾ, ਜਿੱਥੇ ਆਪ ਜਾਂਦੇ ਉੱਥੇ ਵਿਰੋਧ ਹੁੰਦਾ। ਤੁਹਾਨੂੰ ਪਿਆਰ ਕਰ ਰਹੇ ਲੋਕ? ਮੈਂ ਤਾਂ ਜਾਂਦੇ, ਸਾਨੂੰ ਤਾਂ ਹੱਥਾਂ 'ਤੇ ਚੱਕਦੇ ਲੋਕ। ਹਾਂ, ਇਹਨਾਂ ਦੇ ਪ੍ਰਚਾਰ ਵਾਲੇ ਜਿਹੜੇ ਆਟੋ ਹੁੰਦੇ ਆ ਉਹ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਰਹੇ ਲੋਕ। ਅੱਛਾ, ਇੱਕ ਪ੍ਰਚਾਰ ਆਟੋ, ਉਹ ਤਾਂ ਉਹਨੇ ਤਾਂ ਦਿਹਾੜੀ ਮਜ਼ਦੂਰੀ ਰਾਤ ਦੀ ਲੈਣੀ ਆ। ਉਹ ਮੇਰੇ ਕੋਲੇ ਆਇਆ ਵੀ ਤੁਸੀਂ ਸਾਨੂੰ ਆਪਦੇ ਕੋਲੇ ਜੀ ਇੱਥੇ ਐਡਜਸਟ ਕਰ ਲਓ ਵੀ ਅਸੀਂ ਇਹਨਾਂ ਜਦੋਂ ਵੈਦ ਸਾਹਿਬ ਦਾ ਪ੍ਰਚਾਰ ਕਰਦੇ ਹਾਂ ਲੋਕੀ ਸਾਨੂੰ ਗਾਲਾਂ ਕੱਢਦੇ, ਸਾਡਾ ਆਟੋ ਫੜ ਕੇ ਘਰ 'ਚ ਖੜਾ ਲਿਆ ਵੀ ਜੇ ਅਗਲੀ ਵਾਰ ਆਇਆ ਤੈਨੂੰ ਅਸੀਂ ਆਟੋ ਨਹੀਂ ਮੋੜਨਾ, ਵੀ ਹੋਰ ਤੂੰ ਜੋ ਮਰਜ਼ੀ ਇਹਨਾਂ ਦਾ ਪ੍ਰਚਾਰ ਨਹੀਂ ਕਰਨਾ ਤੂੰ, ਨਾ ਅਕਾਲੀ ਨਾ ਕਾਂਗਰਸ ਨਾ ਝਾੜੂ। ਸੋ ਉੱਥੇ ਹੁਣ ਸਾਡੇ ਵੀ ਜਾਂਦੇ ਆ ਪ੍ਰਚਾਰ ਵਾਲੇ ਬੰਦੇ, ਸਾਡਾ ਤਾਂ ਕਿਤੇ ਵਿਰੋਧ ਨਹੀਂ ਹੁੰਦਾ। ਸਾਨੂੰ ਤਾਂ ਕਿਤੇ ਐ ਨਹੀਂ ਕਹਿੰਦੇ ਵੀ ਤੂੰ ਇੱਥੇ ਕਰਨ ਕੀ ਆਇਆ ਵੀ, ਉਹ ਮੈਂ ਤਾਂ ਰਿਹਾ ਹੀ ਲੋਕਾਂ ਦੇ ਵਿੱਚ ਆ 5 ਸਾਲ। ਸੋ ਇਹ ਫਰਕ ਹੈ ਨੌਜਵਾਨ ਦੇ ਚਿਹਰੇ ਦੇ ਵਿੱਚ ਤੇ ਇਹਨਾਂ ਦੇ ਵਿੱਚ, ਇਹ ਫਰਕ ਹੈ। ਲੋਕੀ ਸਨੀ ਦੇ ਕੰਨ ਫੜ ਕੇ ਕੰਮ ਕਰਾ ਸਕਦੇ ਆ, ਲੋਕੀ ਸਨੀ ਦੀ ਬਾਹ ਫੜ ਕੇ ਕੰਮ ਕਰਾ ਸਕਦੇ ਆ, ਪਰ ਕੁਲਦੀਪ ਸਿੰਘ ਵੈਦ ਦੇ ਕੰਨ ਨਹੀਂ ਫੜ ਸਕਦੇ, ਨਾ ਦਰਸ਼ਨ ਸਿੰਘ ਸਵਾਲ ਦੇ ਕੰਨ ਫੜ ਸਕਦੇ। ਤੁਸੀਂ ਕਦੇ ਕਰਾ ਲੈਂਦੇ ਹੋ ਜੀ ਘਰੇ ਕੰਮ ਹੈ ਕੀ ਕਿ ਚੱਲ ਬਈ ਕੰਨ ਫੜ ਕੇ ਕੰਮ ਕਰੋ? ਨਹੀਂ ਇਹਦਾ ਤਾਂ ਨਹੀਂ। ਆਪਾਂ ਹਰ ਇੱਕ ਚੀਜ਼ ਜੋ ਵੀ ਕਰਨਾ ਹੁੰਦਾ ਸਾਡੀ ਕੀ ਕਹਿੰਦੇ ਫੁੱਲ ਸਪੋਰਟ ਹੁੰਦੀ ਹੈ ਇੱਕ ਦੂਜੇ ਨੂੰ। ਦੇਖੋ ਜਿਵੇਂ ਕਈ ਵਾਰੀ ਮੈਂ ਕਿਚਨ ਦੇ ਵਿੱਚ ਲੱਗੀ ਹੁੰਦੀ ਹਾਂ, ਇਹਨਾਂ ਨੂੰ ਪਤਾ ਕਿ ਸ਼ੀ ਇਜ਼ ਟਾਇਰਡ ਲਾਈਕ, ਤੇ ਇਹ ਚੱਲ ਇੰਦਾ ਕਰ ਤੂੰ ਬਹਿ ਜਾ ਮੈਂ ਕਰ ਦਿੰਦਾ ਇਹਦਾ ਤਾਂ ਪੂਰਾ ਡਰ ਫਿਰ ਰੱਖਣਾ ਪੈਂਦਾ ਘਰੇ ਵੀ ਐਂਟਰੀ ਕਰਨੀ ਹੁੰਦੀ ਹੈ। ਆਪਾਂ ਤਾਂ ਕਦਮ ਇਹ ਘਰ ਦਾ ਡਰ ਹੈ ਕਹਿੰਦੇ। ਨਹੀਂ ਘਰ ਦਾ ਡਰ ਤਾਂ ਨਹੀਂ ਹੈ। ਇਹ ਐਕਚੁਅਲੀ ਇੱਕ ਹੁੰਦਾ ਨਾ, ਇੱਕ ਹਸਬੈਂਡ ਵਾਈਫ ਦੇ ਵਿੱਚ ਇੱਕ ਬੜਾ ਟੈਕਨੀਕਲ ਜਿਹਾ ਰਿਲੇਸ਼ਨ ਹੁੰਦਾ। ਕਦੇ ਪ੍ਰਾਊਡ ਜਿਹਾ ਮੂਮੈਂਟ ਮਹਿਸੂਸ ਹੋਇਆ? ਕਦੇ ਕੋਈ ਚੀਜ਼ ਇਹਨਾਂ ਨੇ ਸਪੈਸੀਫਿਕ ਕੀਤੀ ਹੋਵੇ, ਬੜਾ ਇਮੋਸ਼ਨਲ ਹੋ ਗਏ ਹੋ ਕਿਸ ਦਿਨ ਯਾਰ ਕਿ ਅੱਜ ਬਹੁਤ ਮੈਨੂੰ ਚੰਗਾ ਲੱਗਿਆ? ਇੱਕ ਵਾਰ ਮਤਲਬ ਮੇਰਾ ਨਾ ਬੇਟਾ, ਜਦੋਂ ਸਾਡਾ ਬੇਟਾ ਹੋਇਆ ਫਸਟ, ਤੇ ਕੀ ਕਹਿੰਦੇ ਆ 2011 ਦੀ ਗੱਲ ਆ, ਤੇ ਮੈਂ ਆਈ ਸੀ ਹਸਪੀਟਲ ਤੋਂ, ਤੇ ਉਸ ਤੋਂ ਬਾਅਦ ਮੇਰਾ ਬਰਥਡੇ ਸੀਗਾ ਤੁਰੰਤ ਹੀ 13 ਜਨਵਰੀ ਨੂੰ। ਤੇ ਇਹਨਾਂ ਨੇ ਮਤਲਬ ਫਸਟ ਟਾਈਮ ਮੇਰੇ ਖਿਆਲ ਨਾਲ ਮਤਲਬ ਹੁਣ ਤੱਕ ਇਹਨਾਂ ਨੇ ਨੀਜ਼ ਦੇ ਉੱਤੇ ਬਹਿ ਕੇ ਮੈਨੂੰ ਉਸ ਟਾਈਮ ਦੇ ਉੱਤੇ ਰੈੱਡ ਰੋਜ਼ ਦਿੱਤਾ ਸੀ। ਦੈਟ ਇਜ਼ ਅ ਵੈਰੀ ਮਤਲਬ ਅੱਜ ਵੀ ਯਾਦ ਹੈ ਤੁਹਾਨੂੰ? ਅੱਜ ਵੀ ਉਹ ਇੱਕ ਵਾਰੀ ਦਿੱਤਾ ਸੀਗਾ। ਪਰ ਮੈਂ ਅੱਜ ਤੱਕ ਇਹਨਾਂ ਦੇ ਹੱਥ ਦੀਆਂ ਦਿੱਤੀਆਂ ਹੋਈਆਂ ਕਿੰਨੀਆਂ ਵੀ ਚੀਜ਼ਾਂ ਹੈ, ਮਤਲਬ ਫਲਾਵਰਸ, ਰੋਜ਼ਿਸ, ਮਤਲਬ ਉਹ ਹੁੰਦੇ ਆ ਵਿਆਹ ਦੇ ਉੱਤੇ ਵੀ ਆਪਾਂ ਦਿੰਦੇ ਆ, ਪੌੜੀਆਂ ਚੜ੍ਹਦੀ ਹੈ ਦੁਲਹਨ ਤੇ ਆਪਾਂ ਦੇ ਦਿੰਦੇ ਆ, ਮੈਂ ਅੱਜ ਤੱਕ ਵੀ ਸਾਂਭ ਕੇ ਰੱਖਿਆ ਸਭ ਕੁਝ। ਚਲੋ ਇਹ ਹੁਣ ਅੱਗੇ ਵੀ ਸਾਂਭ ਕੇ ਰੱਖਿਓ, ਉਮੀਦ ਹੈ। ਜ਼ਰੂਰ ਜੀ ਜ਼ਰੂਰ। ਬਹੁਤ ਧੰਨਵਾਦ, ਤੁਸੀਂ ਦੋਨੋਂ ਬੜੀ ਕਮਾਲ ਜੋੜੀ ਹੋ ਔਰ
ਨੌਜਵਾਨਾਂ ਦਾ ਸਿਆਸਤ 'ਚ ਆਉਣਾ ਇੱਕ ਚੰਗੀ ਗੱਲ ਹੈ ਔਰ ਤੁਸੀਂ ਕਿਸਮਤ ਉਹਨਾਂ ਦਿਗਜਾਂ ਅੱਗੇ ਅਜ਼ਮਾ ਰਹੇ ਹੋ ਜਿਨ੍ਹਾਂ ਨੇ ਬਹੁਤ ਕੁਝ ਦੇਖ ਲਿਆ। ਸੋ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।